ਕੁਆਂਟਮ ਫੀਲਡ ਥਿਊਰੀ ਦੇ ਭਾਗ 8 ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ 4 ਟੌਪਿਕ ਪੜ੍ਹਾਂਗੇ। ਫੇਜ਼ ਵੈਲੋਸਿਟੀ, ਗਰੁੱਪ ਵੈਲੋਸਿਟੀ, ਪੁੰਜਹੀਣ ਕਣ ਗਤੀ, ਪੁੰਜ ਯੁਕਤ ਕਣ ਗਤੀ ਤੇ ਮੋਮੈਂਟਮ ਕੰਜ਼ਰਵੇਸ਼ਨ। ਆਓ ਸ਼ੁਰੂਆਤ ਕਰਦੇ ਹਾਂ। ਪਹਿਲਾ ਟੌਪਿਕ ਫੇਜ਼ ਵੈਲੋਸਿਟੀ। ਆਓ ਗਰੁੱਪ ਵੈਲੋਸਿਟੀ ਅਤੇ ਫੇਜ਼ ਵੈਲੋਸਿਟੀ ਤੇ ਵਿਚਾਰ ਕਰੀਏ। ਆਮ ਤੌਰ ਤੇ ਫੇਜ਼ ਵੈਲੋਸਿਟੀ ਦਾ ਕੁਆਂਟਮ ਮਕੈਨਿਕਸ ਮੁਤਾਬਕ ਨਾਪੀਆਂ ਜਾਣ ਵਾਲੀਆਂ ਚੀਜ਼ਾਂ ਦੇ ਨਾਲ ਕੋਈ ਵਾਸਤਾ ਨਹੀਂ ਹੁੰਦਾ, ਜਦੋਂ ਕਿ ਗਰੁੱਪ ਵੈਲੋਸਿਟੀ ਨਾਲ ਸਿਗਨਲ ਜਾਂ ਕਣ ਗਤੀ ਕਰਦੇ ਹਨ, ਜਿਸ ਦੇ ਨਾਲ ਜ਼ਿਆਦਾਤਰ ਵਾਸਤਾ ਰੱਖਿਆ ਜਾਂਦਾ। ਤਾਂ ਫੇਜ਼ ਵੈਲੋਸਿਟੀ ਇੰਨੀ ਇੰਪੋਰਟੈਂਟ ਨਹੀਂ ਹੁੰਦੀ ਕੁਆਂਟਮ ਮਕੈਨਿਕਸ ਦੇ ਲਈ, ਲੇਕਿਨ ਗਰੁੱਪ ਵੈਲੋਸਿਟੀ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਉਸ ਦੇ ਨਾਲ ਜਿਹੜੇ ਪਾਰਟੀਕਲ ਨੇ ਉਹ ਗਤੀ ਕਰਦੇ ਨੇ। ਤੇ ਜੇਕਰ ਸਾਡੇ ਕੋਲ ਕੋਈ ਪਲੇਨ ਵੇਵ ਹੋਵੇ ਤਾਂ ਇਸ ਨੂੰ ਇਸ ਤਰੀਕੇ ਨਾਲ ਲਿਖਿਆ ਜਾਂਦਾ e⁻⁻ ਇਸ ਦੇ ਵਿੱਚ x ਪੋਜੀਸ਼ਨ ਕੋਆਰਡੀਨੇਟ ਹੈ, k ਮੋਮੈਂਟਮ ਕੋਆਰਡੀਨੇਟ ਹੈ ਤੇ ਓਮੇਗਾ ਫ੍ਰੀਕੁਐਂਸੀ ਹੈ, t ਟਾਈਮ ਹੈ। ਜਾਂ ਫਿਰ ਇਸ ਨੂੰ ਅਸੀਂ ਸਾਈਨ kx-ω-t ਵੀ ਇਹ ਕੰਮ ਕਰ ਸਕਦੀ ਹੈ, ਇਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ ਅਸੀਂ। ਤੇ ਅਜਿਹੀ ਤਰੰਗ ਦੀਆਂ ਜਿਹੜੀਆਂ ਉਚਾਈਆਂ ਹੈ ਇਹ ਇਸ ਤਰੀਕੇ ਨਾਲ ਗਤੀ ਕਰਦੀਆਂ ਕਿ kx-ω-t ਦੀ ਮਾਤਰਾ ਕਾਂਸਟੈਂਟ ਰਹਿੰਦੀ ਹੈ। ਉਦਾਹਰਨ ਦੇ ਤੌਰ ਤੇ x=0 ਅਤੇ t=0 ਦੇ ਉੱਤੇ ਸਾਈਨ 0 ਦੀ ਫੰਕਸ਼ਨ ਦੀ ਮਾਤਰਾ ਵੀ 0 ਹੋ ਜਾਂਦੀ ਹੈ, ਜਿਸ ਦਾ ਅਰਥ ਇਹ ਹੈ ਕਿ ਸਾਈਨ ਵੇਵ ਗ੍ਰਾਫ ਪੇਪਰ ਦੇ ਪੋਜੀਸ਼ਨ ਅਤੇ ਸਮੇਂ ਦੇ ਸਾਂਝੇ ਐਕਸਸ ਦੇ ਉੱਤੇ ਹੀ ਰਹਿੰਦੀ ਹੈ। ਯਾਨੀ ਕਿ kx-ω-t ਅਗਰ ਅਸੀਂ 0 ਪੁੱਟ ਕਰੀਏ ਤਾਂ ਇੱਥੇ ਸਾਈਨ 0 ਹੋਣਾ ਚਾਹੀਦਾ, ਜਿਸ ਦਾ ਮਤਲਬ ਹੈ ਕਿ kx =ω-t ਤੇ ਇਸ ਦਾ ਮਤਲਬ ਹੈ ਕਿ x =ω/k। ਇਸ ਲਈ ਬ੍ਰੈਕਟ 'ਚ ਲਿਖਿਆ ਇਹ ਮਲਟੀਪਲਾਈਡ ਹੈ t ਦੇ ਨਾਲ, ω/k। ਓਮੇਗਾ ਦੇ ਨਾਲ t ਦਾ ਮਲਟੀਪਲਾਈਡ ਉੱਪਰ ਲਿਖ ਸਕਦੇ ਹਾਂ, ਲੇਕਿਨ ਇਸ ਨੂੰ ਜਾਣਬੁੱਝ ਕੇ ਇੱਦਾਂ ਲਿਖਿਆ ਜਾਂਦਾ ਕਿਉਂਕਿ ω/k ਤੋਂ ਅਸੀਂ ਕੋਈ ਕੰਮ ਲੈਣਾ। x =ω/kt। ਇੱਥੇ ਓਮੇਗਾ ਫ੍ਰੀਕੁਐਂਸੀ ਹੁੰਦੀ ਹੈ ਜੋ ਆਸੀਲੇਸ਼ਨ ਦੇ ਪੀਰੀਅਡ ਟੀ, ਕੈਪੀਟਲ ਟੀ ਹੈ ਇਹ, ਦੇ ਉਲਟ ਮੁੱਲ ਤੋਂ ਓਮੇਗਾ =2π/t ਇਸਦਾ ਉਲਟ ਮੁੱਲ ਰੱਖਦੀ ਹੈ ਇਹ ਟਾਈਮ ਪੀਰੀਅਡ ਟੀ ਤੋਂ ਉਲਟੀ ਹੁੰਦੀ ਹੈ ਫ੍ਰੀਕੁਐਂਸੀ। ਇਸ ਨੂੰ ਰੇਡੀਅਲ ਫ੍ਰੀਕੁਐਂਸੀ ਕਹਿੰਦੇ ਆ। ਤੇ ਮੋਮੈਂਟਮ k ਹੈ ਜਿਹੜਾ ਇਹ ਤਰੰਗ ਲੰਬਾਈ ਲੈਮਡਾ ਤੋਂ ਉਲਟ ਮੁੱਲ ਹੁੰਦਾ। k =2π ਇਸ ਦੇ ਬਾਰੇ ਆਪਾਂ ਬਹੁਤ ਪਹਿਲਾਂ ਪੜ੍ਹ ਚੁੱਕੇ ਹਾਂ। k =2π/λ ਅਤੇ ਓਮੇਗਾ =2π/t। ਇਸ ਲਈ ω/k ਹੈ ਜੋ ω/k ਅਸੀਂ ਪਤਾ ਕਰਨਾ, ਇਹ ਬਣੇਗਾ λ/t। ω/k ਇੱਥੋਂ ਡਿਵਾਈਡ ਕਰਦੇ ਹਾਂ ਤਾਂ 2π ਕੈਂਸਲ ਹੋ ਜਾਂਦਾ ਤੇ ਇੱਥੇ ਡਿਨੋਮੀਨੇਟਰ ਦੇ ਵਿੱਚ t ਹੈ, ਇੱਥੇ ਉੱਪਰ ਆ ਜਾਂਦਾ ਤੇ ਇੱਥੇ ਲੈਮਡਾ ਡਿਨੋਮੀਨੇਟਰ ਵਿੱਚ ਹੈ ਜੋ ਇਹ ਉੱਪਰ ਆ ਜਾਂਦਾ ਤੇ t ਇੱਥੇ ਹੀ ਰਹਿੰਦਾ ਕਿਉਂਕਿ ਓਮੇਗਾ ਉੱਪਰ ਰਹਿੰਦਾ, ਇਸ ਲਈ t ਥੱਲੇ ਹੀ ਰਹਿੰਦਾ ਤੇ ਜੋ ਮੋਮੈਂਟਮ k ਹੈ ਉਹ
डिनोमीनेटर ਦੇ ਵਿੱਚ ਹੈ ਤੇ ਇੱਥੇ डिनोमीनेटर ਦੇ ਵਿੱਚ ਜੋ ਲੈਮਡਾ ਹੈ ਉਹ ਉੱਪਰਲੇ ਪਾਸੇ ਆ ਜਾਂਦਾ ਹੈ। ਤਾਂ ਓਮੇਗਾ ਬਾਈ ਕੇ ਇਜ਼ ਇਕੁਅਲ ਟੂ ਲੈਮਡਾ ਬਾਈ ਟੀ। ਟੀ ਟਾਈਮ ਪੀਰੀਅਡ ਨੂੰ ਕਿਹਾ ਜਾਂਦਾ ਇੱਥੇ ਓਸੀਲੇਸ਼ਨਾਂ ਦਾ ਜੋ ਟਾਈਮ ਪੀਰੀਅਡ ਹੈ ਜੋ ਇੱਕ ਫਰੀਕੁਐਂਸੀ ਦੇ ਇੱਕ ਵੇਵ ਲੈਂਥ ਦੇ ਕਿਸੇ ਬਿੰਦੂ ਦੇ ਥਰੂ ਲੰਘਣ ਦਾ ਪੂਰਾ ਟਾਈਮ ਹੈ। ਇਸ ਲਈ ਹਰੇਕ ਤਰੰਗ ਲੈਮਡਾ ਲਈ ਇਹ ਵੈਲੋਸਿਟੀ ਹੁੰਦੀ ਹੈ ਜਿਸ ਦੇ ਨਾਲ ਉਹ ਤਰੰਗ ਗਤੀ ਕਰਦੀ ਹੈ। ਇਸ ਨੂੰ ਫੇਜ਼ ਵੈਲੋਸਿਟੀ ਕਿਹਾ ਜਾਂਦਾ ਜਿਸ ਦੇ ਨਾਲ ਉਹ ਤਰੰਗ ਦੀ ਕੋਈ ਜਿਹੜੀ ਵੇਵ ਹੈ ਇਹ ਉਸ ਦੀ ਵੈਲੋਸਿਟੀ ਹੈ ਜਿਸ ਨੂੰ ਫੇਜ਼ ਵੈਲੋਸਿਟੀ ਕਿਹਾ ਜਾਂਦਾ ਹੈ। ਇਸ ਦੇ ਨਾਲ ਜਿਹੜੀ ਵੇਵ ਹੈ ਉਹ ਮੂਵਮੈਂਟ ਕਰਦੀ ਹੈ। ਤਾਂ ਸ਼੍ਰੋਡਿੰਗਰ ਵੇਵਸ ਦੇ ਵਿੱਚ ਐਂਗੂਲਰ ਫਰੀਕੁਐਂਸੀ ਓਮੇਗਾ ਅਤੇ ਵੇਵ ਨੰਬਰ ਕੇ ਦੇ ਦਰਮਿਆਨ ਇੱਕ ਸੰਬੰਧ ਹੁੰਦਾ ਹੈ। ਯਾਦ ਰੱਖਣ ਵਾਸਤੇ ਸੰਬੰਧ ਇਹੀ ਹੁੰਦਾ ਕਿ ਜੇਕਰ ਅਸੀਂ ਪਲੈਂਕ ਕਾਂਸਟੈਂਟ ਨੂੰ ਐਚ ਬਾਰ ਨੂੰ 1 ਦੇ ਬਰਾਬਰ ਸੈੱਟ ਕਰੀਏ ਤਾਂ ਓਮੇਗਾ ਊਰਜਾ ਬਣ ਜਾਂਦਾ ਕਿਉਂਕਿ ਓਮੇਗਾ ਮਲਟੀਪਲਾਈਡ ਬਾय ਐਚ ਬਾਰ એનર્ਜੀ ਹੁੰਦਾ ਤਾਂ ਓਮੇਗਾ ਹੀ એનર્ਜੀ ਬਣ ਜਾਂਦੀ ਉਸ ਵੇਲੇ ਜਦੋਂ ਐਚ ਦੀ ਵੈਲਿਊ 1 ਹੁੰਦੀ ਹੈ। ਤੇ ਵੇਵ ਨੰਬਰ ਕੇ ਦੇ ਬਰਾਬਰ ਬਣ ਜਾਂਦਾ ਕਿਉਂਕਿ ਪੀ ਇਜ਼ ਇਕੁਅਲ ਟੂ ਐਚ ਕੇ ਹੁੰਦਾ ਤੇ ਅਗਰ ਐਚ ਦੀ ਵੈਲਿਊ 1 ਹੋਵੇ ਤਾਂ ਪੀ ਹੀ ਮੋਮੈਂਟਮ ਹੀ ਵੇਵ ਨੰਬਰ ਹੀ ਮੋਮੈਂਟਮ ਬਣ ਜਾਂਦਾ। ਤਾਂ ਕੇ ਜਿਹੜਾ ਇਹ ਮੋਮੈਂਟਮ ਹੁੰਦਾ ਇਸ ਦੇ ਲਈ ਓਮੇਗਾ ਇਜ਼ ਇਕੁਅਲ ਟੂ ਕੇ ਸਕੁਅਰ ਬਾਈ 2m ਕਿਉਂਕਿ એનર્ਜੀ ਦੀ ਇਕੁਏਸ਼ਨ ਹੈ ਪੀ ਸਕੁਅਰ ਬਾਈ 2m ਉੱਥੇ ਪੀ ਦੀ ਜਗ੍ਹਾ ਅਸੀਂ ਮੋਮੈਂਟਮ ਦੀ ਜਗ੍ਹਾ ਕੇ ਸਕੁਅਰ ਲਿਖ ਸਕਦੇ ਹਾਂ ਤੇ ਪੀ ਡਿਵਾਈਡ ਬਾਈ 2m ਮਾਸ m ਇੱਥੇ ਤਾਂ ਓਮੇਗਾ ਇਜ਼ ਇਕੁਅਲ ਟੂ ਕੇ ਸਕੁਅਰ ਡਿਵਾਈਡਡ ਬਾਈ 2m। ਆਓ ਹੁਣ ਇੱਕ ਸ਼੍ਰੋਡਿੰਗਰ ਵੇਵ ਦੀ ਵੇਜ਼ ਵੈਲੋਸਿਟੀ ਕੈਲਕੂਲੇਟ ਕਰੀਏ। ਉਪਰੋਕਤ ਸਮੀਕਰਨ ਦੇ ਦੋਵੇਂ ਪਾਸਿਆਂ ਨੂੰ ਕੇ ਨਾਲ ਡਿਵਾਈਡ ਕਰਦੇ ਹੋਏ ਅਸੀਂ ਫੇਜ਼ ਵੈਲੋਸਿਟੀ ਨੂੰ ਇਸ ਤਰੀਕੇ ਨਾਲ ਲਿਖ ਸਕਦੇ ਹਾਂ ਓਮੇਗਾ ਡਿਵਾਈਡਡ ਬਾਈ ਕੇ ਇਜ਼ ਇਕੁਅਲ ਟੂ ਕੇ ਬਾਈ 2m ਇੱਥੇ ਕੇ ਸਕੁਅਰ ਦਾ ਇੱਕ ਕੇ ਰਹਿ ਜਾਏਗਾ ਤੇ ਸਾਰੀ ਵੈਲਿਊ ਜਿਹੜੀ ਓਮੇਗਾ ਬਾਈ ਕੇ ਬਾਈ 2m ਆ ਜਾਏਗੀ। ਤਾਂ ਓਮੇਗਾ ਬਾਈ ਕੇ ਇਜ਼ ਇਕੁਅਲ ਟੂ ਫੇਜ਼ ਵੈਲੋਸਿਟੀ ਇਜ਼ ਇਕੁਅਲ ਟੂ ਕੇ ਬਾਈ 2m। ਚਾਰੇ ਇਕੁਏਸ਼ਨਾਂ ਉੱਤੇ ਲਿਖ ਦਿੱਤੀਆਂ ਨੇ ਕਦੇ ਇਹਨਾਂ ਨੂੰ ਜ਼ਰੂਰਤ ਪੈਂਦੀ ਹੈ ਥੱਲੇ ਰੈਫਰੈਂਸ ਲਈ ਤਾਂ ਉੱਤੋਂ ਅਸੀਂ ਦੁਬਾਰਾ ਚੁੱਕ ਸਕਦੇ ਹਾਂ। ਤੇ ਫੇਜ਼ ਵੈਲੋਸਿਟੀ ਇਜ਼ ਇਕੁਅਲ ਟੂ ਓਮੇਗਾ ਬਾਈ ਕੇ ਇਜ਼ ਇਕੁਅਲ ਟੂ ਕੇ ਬਾਈ 2m। ਕਿਸੇ ਕਣ ਦੇ ਪੁੰਜ ਜਿਸ ਨੂੰ ਆਪਾਂ ਅੰਗਰੇਜ਼ੀ 'ਚ ਮਾਸ ਕਹਿੰਦੇ ਹਾਂ ਕਿਸੇ ਕਣ ਦੇ ਪੁੰਜ ਅਤੇ ਮੋਮੈਂਟਮ ਦੀ ਭਾਸ਼ਾ ਦੇ ਵਿੱਚ ਉਸ ਦੀ ਵੈਲੋਸਿਟੀ ਕੀ ਹੁੰਦੀ ਹੈ ਕਣ ਦੀ ਵੈਲੋਸਿਟੀ ਕੀ ਹੁੰਦੀ ਹੈ। ਤਾਂ ਯਾਦ ਕਰੋ ਕਿ P ਇਜ਼ ਇਕੁਅਲ ਟੂ mv ਇਹ ਆਪਾਂ ਬਹੁਤ ਪਹਿਲਾਂ ਪੜ੍ਹਿਆ ਮੋਮੈਂਟਮ ਮਾਸ ਇਨਟੂ ਵੈਲੋਸਿਟੀ ਇਸ ਦੇ ਲਈ ਵੈਲੋਸਿਟੀ ਇਜ਼ ਇਕੁਅਲ ਟੂ P ਡਿਵਾਈਡਡ ਬਾਈ m। ਇਸ ਇਕੁਏਸ਼ਨ ਤੋਂ ਅਸੀਂ ਦੇਖ ਸਕਦੇ ਹਾਂ ਕਿ v ਇਜ਼ ਇਕੁਅਲ ਟੂ P ਬਾਈ m। ਤਾਂ ਫੇਜ਼ ਵੈਲੋਸਿਟੀ ਗਤੀਸ਼ੀਲ ਕਣ ਦੀ ਵੈਲੋਸਿਟੀ ਨਹੀਂ ਹੁੰਦੀ। ਇਹ ਯਾਦ ਰੱਖਣ ਵਾਲੀ ਗੱਲ ਹੈ ਇਹ ਫੇਜ਼ ਵੈਲੋਸਿਟੀ ਹੈ ਜੋ ਇਹ ਗਤੀਸ਼ੀਲ ਕਣ ਹੈ ਜੋ ਟੋਟਲ ਜੋ ਵੇਵ ਪੈਕਟ ਹੈ ਉਸ ਦੀ ਵੈਲੋਸਿਟੀ ਨਹੀਂ ਹੁੰਦੀ। ਮੰਨ ਲਓ ਕਿ ਅਸੀਂ ਹਰੇਕ ਤਰੰਗ ਦੀ ਫਰੀਕੁਐਂਸੀ ਵਿੱਚ ਕੋਈ ਸਥਿਰ ਅੰਕ ਕੋਈ ਕਾਂਸਟੈਂਟ c ਜੋੜ ਦਿੰਦੇ ਹਾਂ ਤਾਂ ਓਮੇਗਾ ਇਜ਼ ਇਕੁਅਲ ਟੂ ਕੇ ਸਕੁਅਰ ਬਾਈ 2m ਪਲੱਸ c ਬਣ ਜਾਏਗਾ। ਇਸ ਦੇ ਵਿੱਚ ਅਸੀਂ ਫਰੀਕੁਐਂਸੀ ਦੇ ਵਿੱਚ ਕੁਝ ਵਾਧਾ ਕਰ ਦਿੰਦੇ ਹਾਂ ਅਗਰ ਕੁਝ ਜੋੜ ਕੇ ਕਾਂਸਟੈਂਟ ਜੋੜ ਦਿੰਦੇ ਅਸੀਂ। ਤਾਂ ਇਸ ਦੇ ਲਈ ਹੁਣ ਫੇਜ਼ ਵੈਲੋਸਿਟੀ ਜਿਹੜੀ ਇਸ ਦੇ ਵਿੱਚ ਇੱਕ ਹੋਰ ਵਾਧੂ ਰਕਮ c ਬਾਈ ਕੇ ਆ ਜਾਂਦੀ ਹੈ ਤੇ ਇਹ ਬਦਲ ਜਾਂਦੀ ਹੈ। ਤਾਂ ਫੇਜ਼ ਵੈਲੋਸਿਟੀ ਕਿਉਂਕਿ ਓਮੇਗਾ ਬਾਈ ਕੇ ਹੁੰਦੀ ਹੈ ਤੇ ਇਸ ਨੂੰ ਜਦੋਂ ਕੇ ਨਾਲ ਡਿਵਾਈਡ ਕਰਾਂਗੇ ਤਾਂ c ਬਾਈ ਕੇ ਵੀ ਇੱਕ ਐਡ ਹੋ ਜਾਏਗਾ। ਤਾਂ ਫੇਜ਼ ਵੈਲੋਸਿਟੀ ਇਜ਼ ਇਕੁਅਲ ਟੂ ਓਮੇਗਾ ਬਾਈ ਕੇ ਇਸ ਲਈ ਕੇ ਬਾਈ 2m ਹੈ ਜੋ ਕੇ ਬਾਈ 2 ਫੇਜ਼ ਵੈਲੋਸਿਟੀ ਓਮੇਗਾ ਬਾਈ ਕੇ ਇਹ ਇਸ ਦੇ ਵਿੱਚ ਇੱਕ c ਡਿਵਾਈਡ ਬਾਈ ਕੇ ਵੀ ਇੱਕ ਚੇਂਜ ਆ ਜਾਂਦੀ ਹੈ ਤੇ ਇਹ ਬਦਲ ਜਾਂਦੀ ਹੈ ਜੋ
ਫੇਜ਼ ਵੈਲੋਸਿਟੀ ਹੈ, ਫ੍ਰੀਕੁਐਂਸੀ ਚੇਂਜ ਹੋਣ ਦੇ ਨਾਲ ਬਦਲ ਜਾਂਦੀ ਹੈ। ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਕਿਸੇ ਸ਼੍ਰੋਡਿੰਗਰ ਵੇਵ ਦੀ ਫ੍ਰੀਕੁਐਂਸੀ ਦੇ ਵਿੱਚ ਕੋਈ ਵੀ ਕਾਂਸਟੈਂਟ ਜੋੜਨਾ ਕਿਸੇ ਭੌਤਿਕ ਵਿਗਿਆਨ ਨੂੰ ਨਹੀਂ ਦਰਸਾਉਂਦਾ। ਇਹ ਕੋਈ ਫਿਜ਼ਿਕਸ ਨਹੀਂ ਹੁੰਦੀ ਕਿ ਸਥਿਰ ਅੰਕ ਨੂੰ ਧੱਕੇ ਨਾਲ ਜੋੜ ਦੇਣਾ। ਇਹ ਕਣ ਦੀ એનર્ਜੀ ਦੇ ਵਿੱਚ ਕੋਈ ਸਥਿਰ ਅੰਕ ਜੋੜਨ ਦੇ ਨਾਲ ਸੰਬੰਧ ਰੱਖਦਾ, ਜਿਸ ਨਾਲ એનર્ਜੀ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ એનર્ਜੀਜ਼ ਦਾ ਜਿਹੜੇ ਡਿਫਰੈਂਸ ਹੈ ਉਹੀ ਅਰਥ ਰੱਖਦੇ ਆ। ਇਸ ਲਈ એનર્ਜੀ ਦੇ ਵਿੱਚ ਇੱਥੇ ਜੋੜਿਆ ਜਾ ਸਕਦਾ ਹੈ। ਹੁਣ ਫੀਲਡ ਆਪਰੇਟਰ ਸਾਈ ਤੇ ਵਿਚਾਰ ਕਰਦੇ ਹਾਂ। ਸਾਈ ਇਜ਼ ਇਕੁਅਲ ਟੂ ਸਮ ਓਵਰ ਕੇ ਏ ਮਾਈਨਸ ਲੋਅਰਿੰਗ ਆਪਰੇਟਰ e raised to power minus I kx e raised to power I omega kt, omega of kt। ਇੱਥੇ omega of k ਹੈ, ਇਹ omega ਮਲਟੀਪਲਾਈਡ ਬਾਈ k ਨਹੀਂ ਹੈ, ਧਿਆਨ ਰੱਖਣਾ। ਇਸ ਨੂੰ ਸਬਸਕ੍ਰਿਪਟ ਦੇ ਵਿੱਚ ਲਿਖਣਾ ਚਾਹੀਦਾ ਸੀ, ਲੇਕਿਨ ਚਲੋ ਇੱਥੇ ਫੰਕਸ਼ਨ ਦੇ ਰੂਪ ਦੇ ਵਿੱਚ ਲਿਖਿਆ ਗਿਆ ਕਿ omega ਇੱਕ ਮੋਮੈਂਟਮ ਦਾ ਫੰਕਸ਼ਨ ਹੈ। ਤਾਂ ਫੇਜ਼ ਵੈਲੋਸਿਟੀ omega by k is equal to k by 2m plus c by k। ਤੇ ਸਾਈ ਜੋ ਫੀਲਡ ਆਪਰੇਟਰ ਹੈ ਇਹ ਸਮ ਓਵਰ ਕੇ ਏ ਮਾਈਨਸ ਲੋਅਰਿੰਗ ਆਪਰੇਟਰ ਹੈ ਜੋ ਮੋਮੈਂਟਮ ਨੂੰ 1 ਯੂਨਿਟ ਘਟਾਉਂਦਾ, ਤੇ e ਰੇਜ਼ ਟੂ ਪਾਵਰ ਮਾਈਨਸ ਆਈ ਕੇ ਐਕਸ ਵੇਵ ਫੰਕਸ਼ਨ ਹੈ ਜੋ ਐਕਸ ਦੀ ਪੋਜੀਸ਼ਨ ਦੇ ਸੰਦਰਭ ਦੇ ਵਿੱਚ ਹੈ, ਤੇ ਦੂਜਾ e ਰੇਜ਼ ਟੂ ਪਾਵਰ ਆਈ ਓਮੇਗਾ ਟੀ ਹੈ ਜੋ ਟਾਈਮ ਦੇ ਸੰਦਰਭ ਦੇ ਵਿੱਚ ਟਾਈਮ ਦਾ ਫੰਕਸ਼ਨ ਹੈ। ਆਓ ਇਸ ਵਿਚਲੇ ਵੇਵ ਫੰਕਸ਼ਨਾਂ ਦੇ ਵਿੱਚ ਸਥਿਤ ਓਮੇਗਾ ਵਿੱਚ ਇੱਕ ਸਥਿਰ ਅੰਕ c ਜੋੜ ਦਈਏ, ਤਾਂ ਇਹ ਸਾਰੇ ਫੰਕਸ਼ਨ ਨੂੰ e ਰੇਜ਼ ਟੂ ਪਾਵਰ ਮਾਈਨਸ ਸੀ ਟੀ ਦੇ ਨਾਲ ਗੁਣਾ ਕਰ ਦਿੰਦਾ ਹੈ। ਅਗਰ ਓਮੇਗਾ ਦੇ ਵਿੱਚ ਅਸੀਂ ਇੱਕ ਫੰਕਸ਼ਨ c ਜੋੜ ਦਿੰਦੇ ਹਾਂ, ਇੱਕ ਕਾਂਸਟੈਂਟ c ਜੋੜ ਦਿੰਦੇ ਹਾਂ, ਤਾਂ ਇਹ ਸਾਰੇ ਫੰਕਸ਼ਨ ਨੂੰ e ਰੇਜ਼ ਟੂ ਪਾਵਰ ਮਾਈਨਸ ਸੀ ਟੀ ਦੇ ਨਾਲ ਗੁਣਨਫਲ ਕਰ ਦਿੰਦਾ ਹੈ। ਇਹ ਸਾਰੇ ਫੰਕਸ਼ਨ ਨੂੰ ਅਸੀਂ ਇੱਥੇ ਓਮੇਗਾ ਦੇ ਵਿੱਚ ਅਗਰ ਸੀ ਟੀ ਜੋੜਦੇ ਆ ਅਤੇ ਘਟਾਉਂਦੇ ਆ, ਤਾਂ ਇਹ ਇਸ ਤਰੀਕੇ ਨਾਲ e ਰੇਜ਼ ਟੂ ਪਾਵਰ ਮਾਈਨਸ ਸੀ ਟੀ ਕਰਨਾ ਪਏਗਾ, ਕਿਉਂਕਿ ਇੱਥੇ ਇਸ ਓਮੇਗਾ ਦੇ ਵਿੱਚ ਸੀ ਟੀ ਜੋੜ ਦਿੰਦੇ ਆ ਅਤੇ ਨਾਲ ਲੱਗਦੀ ਘਟਾ ਦਿੰਦੇ ਆ, ਅਤੇ ਘਟਾਉਣ ਵਾਲੀ ਰਕਮ ਹੈ ਜਿਹੜੀ e ਰੇਜ਼ ਟੂ ਪਾਵਰ ਮਾਈਨਸ ਸੀ ਟੀ ਬਣ ਜਾਂਦੀ ਹੈ, ਅਤੇ ਓਮੇਗਾ ਦੇ ਵਿੱਚ ਉਹ ਆਟੋਮੈਟਿਕਲੀ ਸਮਝਦੇ ਹਾਂ ਅਸੀਂ ਕਿ ਸੀ ਟੀ ਜੋੜ ਦਿੱਤਾ ਗਿਆ। ਸਾਈ ਫੀਲਡ ਆ ਜੋ ਇਸ ਦੇ ਵਿੱਚ ਇੱਕ ਫੈਕਟਰ ਜੁੜ ਗਿਆ e ਰੇਜ਼ ਟੂ ਪਾਵਰ ਮਾਈਨਸ ਸੀ ਟੀ ਦਾ। ਜੋ ਉੱਪਰ ਫੀਲਡ ਸੀ ਇਸ ਦੇ ਵਿੱਚ e ਰੇਜ਼ ਟੂ ਪਾਵਰ ਮਾਈਨਸ ਸੀ ਟੀ ਦਾ ਫੈਕਟਰ ਹੋਰ ਮਲਟੀਪਲਾਈ ਹੋ ਗਿਆ, ਕਿਉਂਕਿ e ਰੇਜ਼ ਟੂ ਪਾਵਰ ਦੀ ਫੈਕਟਰ ਦੀ ਜਿਹੜੀ ਮਲਟੀਪਲੀਕੇਸ਼ਨ ਹੈ ਇਹ ਉੱਪਰ ਦੋਹਾਂ ਦੀ ਜਿਹੜੀ ਪਾਵਰ ਹੁੰਦੀ ਉਹਨੂੰ ਜੋੜ ਕੇ ਬਣ ਜਾਂਦੀ ਹੈ। ਅਤੇ ਇੱਥੇ ਅਗਰ ਓਮੇਗਾ ਨੂੰ ਅਸੀਂ ਅੰਡਰਸਟੂਡ ਕਰ ਲਈਏ ਕਿ ਇਸ ਦੇ ਵਿੱਚ ਅਸੀਂ ਸੀ ਜੋੜ ਦਿੱਤਾ, ਤਾਂ ਸੀ ਘਟਾ ਵੀ ਸਕਦੇ ਹਾਂ ਇੱਥੇ ਘਟਾ ਕੇ ਮਾਈਨਸ ਸੀ ਟੀ ਬਾਹਰ ਲਿਖ ਸਕਦੇ ਹਾਂ। ਇਸ ਤਰੀਕੇ ਨਾਲ ਸ਼੍ਰੋਡਿੰਜਰ ਦੀ ਵੇਵ ਵਿੱਚ ਇੱਕ ਵਕਤ 'ਤੇ ਨਿਰਭਰ ਕਾਂਸਟੈਂਟ ਜੁੜ ਜਾਂਦਾ ਹੈ। ਇੱਥੇ ਇੱਕ e ਰੇਜ਼ ਟੂ ਪਾਵਰ ਮਾਈਨਸ ਸੀ ਟੀ ਹੈ, ਇੱਕ ਟਾਈਮ ਡਿਪੈਂਡੈਂਟ ਕਾਂਸਟੈਂਟ ਜੁੜ ਗਿਆ, ਜਿਸ ਦਾ ਅਰਥ ਇਹ ਹੁੰਦਾ ਕਿ ਤੁਸੀਂ ਫੀਲਡ ਆਪਰੇਟਰ ਨੂੰ e ਰੇਜ਼ ਟੂ ਪਾਵਰ ਮਾਈਨਸ ਸੀ ਟੀ ਦੇ ਨਾਲ ਗੁਣਾ ਕਰਦੇ ਹੋ। ਤਾਂ ਜਿਹੜੀ ਸਾਈ ਹੈ, ਹੁਣ ਪਹਿਲਾਂ ਐਕਸ ਦਾ ਫੰਕਸ਼ਨ ਸੀ, ਹੁਣ ਇੱਥੇ ਟੀ ਦਾ ਫੰਕਸ਼ਨ ਵੀ ਬਣ ਗਈ ਆ, ਸਾਈ ਆਫ ਐਕਸ ਟੀ ਹੈ ਜੋ ਇਸ ਦੇ ਵਿੱਚ ਇਹ ਹੁਣ ਸਾਈ ਮਲਟੀਪਲਾਈਡ ਬਾਈ e ਰੇਜ਼ ਟੂ ਪਾਵਰ ਮਾਈਨਸ ਸੀ ਟੀ ਬਣ ਗਈ ਹੈ। ਇਹ ਸਾਈ ਜੋ ਹੈ ਸੀ ਇਹ ਇੱਕ ਫੇਜ਼ ਫੈਕਟਰ ਦੇ ਨਾਲ ਗੁਣਾ ਹੋ ਗਈ ਹੈ, e ਰੇਜ਼ ਟੂ ਪਾਵਰ ਮਾਈਨਸ ਸੀ ਟੀ ਦੇ ਨਾਲ ਮਲਟੀਪਲਾਈ ਕਰ ਦਿੱਤੀ ਗਈ ਹੈ। ਇਸ ਤਰੀਕੇ ਨਾਲ ਅਸੀਂ ਇੱਕ ਵਕਤ ਉੱਤੇ ਡਿਪੈਂਡ ਫੇਜ਼ ਦੇ ਨਾਲ ਗੁਣਾ ਕਰਕੇ ਤਰੰਗ ਦਾ ਫੇਜ਼ ਬਦਲ ਦਿੰਦੇ ਹਾਂ। ਤੇ ਸ਼੍ਰੋਡਿੰਜਰ ਫੀਲਡ ਤੋਂ ਬਣਾਈਆਂ ਜਾਣ ਵਾਲੀਆਂ ਸਾਰੀਆਂ ਦਿਲਚਸਪ ਮਾਤਰਾਵਾਂ ਦੇ ਵਿੱਚ ਸਾਈ ਅਤੇ ਇਸ ਦੇ ਕੰਪਲੈਕਸ ਕੰਜੂਗੇਟ ਹਿੱਸਾ ਲੈਂਦੇ ਹਨ। ਉਦਾਹਰਣ ਦੇ ਤੌਰ 'ਤੇ ਜਿਵੇਂ ਪ੍ਰੋਬੇਬਿਲਿਟੀ ਡੈਂਸਿਟੀ ਸਾਈ ਅਤੇ ਸਾਈ ਸਟਾਰ ਦਾ ਮਲਟੀਪਲੀਕੇਸ਼ਨ ਹੁੰਦੀ ਹੈ। ਪ੍ਰੋਬੇਬਿਲਿਟੀ ਡੈਂਸਿਟੀ ਜਿਵੇਂ ਆਪਾਂ ਪਹਿਲਾਂ ਪੜ੍ਹਿਆ,
ਸਾਈ ਨੂੰ ਸਾਈ ਸਟਾਰ ਦੇ ਨਾਲ ਮਲਟੀਪਲਾਈ ਕਰਨ 'ਤੇ ਮਿਲਦੀ ਹੈ। ਵੈਸੇ ਪ੍ਰੋਬੇਬਿਲਿਟੀ ਹੁੰਦੀ ਹੈ, ਲੇਕਿਨ ਇੱਥੇ ਉਸਨੂੰ ਪ੍ਰੋਬੇਬਿਲਿਟੀ ਡੈਂਸਿਟੀ ਕਿਹਾ ਜਾਂਦਾ ਜਦੋਂ ਫੀਲਡ ਆਪਰੇਟਰਾਂ ਦੀ ਗੱਲ ਆਉਂਦੀ ਹੈ। ਤੇ ਸਾਰੇ ਸੰਭਵ ਕੁਆਂਟਮ ਮਕੈਨੀਕਲ ਐਕਸਪੈਕਟੇਸ਼ਨ ਵੈਲਿਊਜ਼ ਨੇ ਜੋ, ਉਹ ਵੀ ਹਮੇਸ਼ਾ ਸਾਈ ਅਤੇ ਸਾਈ ਦੇ ਕੰਪਲੈਕਸ ਕੰਜੂਗੇਟ ਦੇ ਮਲਟੀਪਲੀਕੇਸ਼ਨ ਦੇ ਨੂੰ ਸ਼ਾਮਿਲ ਕਰਕੇ ਹੀ ਬਣਦੇ ਆ। ਤਾਂ ਕਰਕੇ ਇੱਥੇ ਜਦੋਂ ਫੇਜ਼ ਵੈਕਟਰ ਲਿਆ ਜਾਂਦਾ ਹੈ ਤਾਂ ਇਸ ਦੇ ਵਿੱਚ ਜਦੋਂ ਇਸ ਦਾ ਕੰਪਲੈਕਸ ਕੰਜੂਗੇਟ ਲਿਆ ਜਾਂਦਾ ਤਾਂ ਇੱਥੇ ਮਾਈਨਸ ਸੀ ਟੀ ਦੇ ਨਾਲ ਜਿਹੜਾ ਦੂਜਾ ਸਾਈ ਹੈ ਉਸਦੇ ਵਿੱਚ ਇਸਦਾ ਜਿਹੜਾ ਚਿੰਨ੍ਹ ਹੈ ਉਹ ਬਦਲ ਜਾਂਦਾ ਅਤੇ ਉਹ ਮਲਟੀਪਲੀਕੇਸ਼ਨ ਨਾਲ ਕੋਈ ਫਰਕ ਨਹੀਂ ਪੈਂਦਾ। ਤਾਂ ਸਾਈ ਹੈ ਜੋ ਇਹ ਗੋਜ਼ ਟੂ ਸਾਈ ਮਲਟੀਪਲਾਈਡ ਬਾਈ ਈ ਰੇਜ਼ਡ ਟੂ ਪਾਵਰ ਮਾਈਨਸ ਸੀ ਟੀ ਹੈ। ਅਤੇ ਇਸ ਦੇ ਲਈ ਜਦੋਂ ਬਦਲੇ ਹੋਏ ਫੇਜ਼ ਦੇ ਨਾਲ ਕੰਪਲੈਕਸ ਕੰਜੂਗੇਟ ਆਪਰੇਸ਼ਨ ਕੀਤਾ ਜਾਂਦਾ ਹੈ ਤਾਂ ਇਹ ਰਕਮ ਆਪੇ ਸਮੀਕਰਨ ਤੋਂ ਹਟ ਜਾਂਦੀ ਹੈ, ਕਿਉਂਕਿ ਸਾਈ ਸਟਾਰ ਨੂੰ ਈ ਰੇਜ਼ਡ ਟੂ ਪਾਵਰ ਮਾਈਨਸ ਸੀ ਟੀ ਦੇ ਕੰਪਲੈਕਸ ਕੰਜੂਗੇਟ ਈ ਰੇਜ਼ਡ ਟੂ ਪਾਵਰ ਪਲੱਸ ਸੀ ਟੀ ਦੇ ਨਾਲ ਫੇਜ਼ ਤਬਦੀਲੀ ਲਈ ਗੁਣਾ ਕੀਤਾ ਜਾਂਦਾ ਹੈ। ਤਾਂ ਜਦੋਂ ਦੂਜਾ ਜਿਹੜਾ ਸਾਈ ਡੈਗਰ ਵਾਲਾ ਜਾਂ ਸਾਈ ਸਟਾਰ ਵਾਲਾ ਫੀਲਡ ਆਪਰੇਟਰ ਹੈ ਉਸਦੇ ਵਿੱਚ ਈ ਰੇਜ਼ਡ ਟੂ ਪਾਵਰ ਪਲੱਸ ਸੀ ਟੀ ਦਾ ਫੈਕਟਰ ਜੋੜਨਾ ਪੈਂਦਾ, ਕਿਉਂਕਿ ਉੱਥੇ ਆਇਓਟਾ ਦੇ ਨਾਲ ਡਿਫਰੈਂਟ ਜੋ ਕੰਪਲੈਕਸ ਕੰਜੂਗੇਟ ਆ ਉਸਦੇ ਨਾਲ ਉਹਦਾ ਜਿਹੜਾ ਚਿੰਨ੍ਹ ਆ ਉਹ ਡਿਫਰੈਂਟ ਹੁੰਦਾ ਅਤੇ ਉੱਥੇ ਈ ਰੇਜ਼ਡ ਟੂ ਪਾਵਰ ਪਲੱਸ ਸੀ ਟੀ ਦੇ ਨਾਲ ਉਸਨੂੰ ਮਲਟੀਪਲਾਈ ਕੀਤਾ ਜਾਂਦਾ ਉਸਦੇ ਕੰਪਲੈਕਸ ਕੰਜੂਗੇਟ ਨੂੰ। ਅਤੇ ਫਿਰ ਇਹ ਫੇਜ਼ ਜਿਹੜੇ ਆਪਸ ਵਿੱਚ ਗੁਣਾ ਹੋ ਕੇ 1 ਬਣ ਜਾਂਦੇ ਨੇ, ਜਿਸ ਦੇ ਨਾਲ ਟੋਟਲ ਇਕੁਏਸ਼ਨ ਨੂੰ ਕੋਈ ਫਰਕ ਨਹੀਂ ਪੈਂਦਾ, ਟੋਟਲ ਮਲਟੀਪਲੀਕੇਸ਼ਨ ਨੂੰ ਕੋਈ ਫਰਕ ਨਹੀਂ ਪੈਂਦਾ। ਸਾਈ ਆਫ ਐਕਸ ਟੀ ਗੋਜ਼ ਟੂ ਸਾਈ multiplied by phase factor e raised to power minus ct, and psi star of xt goes to psi star multiplied by e raised to power plus ct। c ਇੱਥੇ ਕੌਂਸਟੈਂਟ ਸੀਗਾ, ਉਸਨੂੰ ਤੁਸੀਂ ਵੈਲੋਸਿਟੀ ਆਫ ਲਾਈਟ ਵੀ ਕਹਿ ਸਕਦੇ ਆ, ਜੋ c ਉਸ ਲਈ ਯੂਜ਼ ਕੀਤਾ ਜਾਂਦਾ ਤੇ t ਇੱਥੇ ਟਾਈਮ ਹੈ। ਇਸ ਲਈ ਜਦੋਂ ਪਰਸਪਰ ਕੰਪਲੈਕਸ ਕੰਜੂਗੇਟ ਜੋੜਿਆਂ ਦਾ ਗੁਣਨਫਲ ਕੀਤਾ ਜਾਂਦਾ ਈ ਰੇਜ਼ਡ ਟੂ ਪਾਵਰ ਮਾਈਨਸ ਸੀ ਟੀ ਅਤੇ ਈ ਰੇਜ਼ਡ ਟੂ ਪਾਵਰ ਪਲੱਸ ਸੀ ਟੀ ਦਾ ਜੋ ਮਲਟੀਪਲੀਕੇਸ਼ਨ ਹੁੰਦੀ ਹੈ ਤਾਂ ਈ ਰੇਜ਼ਡ ਟੂ ਪਾਵਰ 0 ਬਣ ਜਾਂਦਾ, ਮਾਈਨਸ ਸੀ ਟੀ ਅਤੇ ਪਲੱਸ ਸੀ ਟੀ ਜੁੜ ਕੇ 0 ਹੋ ਜਾਂਦੇ ਨੇ ਅਤੇ ਇਹਦਾ ਵੈਲਿਊ 1 ਆ ਜਾਂਦੀ, ਜਿਸ ਦੇ ਨਾਲ ਨਤੀਜੇ ਵਜੋਂ ਫੀਲਡ ਦੇ ਵਿੱਚ ਕੋਈ ਫੇਜ਼ ਜੋੜਨ ਦੇ ਨਾਲ ਕੋਈ ਨਾਪਣਯੋਗ ਚੀਜ਼ ਹੱਥ ਨਹੀਂ ਲੱਗਦੀ, ਤਾਂ ਕੋਈ ਵੀ ਫੇਜ਼ ਜੋੜਨ ਦੇ ਨਾਲ ਫਰਕ ਨਹੀਂ ਪੈਂਦਾ। ਪਰ ਇਹ ਸ਼੍ਰੋਡਿੰਜਰ ਵੇਵ ਦੀ ਵੈਲੋਸਿਟੀ ਹੈ ਜਿਹੜੀ ਉਹ ਬਦਲ ਦਿੰਦਾ ਹੈ। ਇਸ ਲਈ ਸਾਈ ਸਟਾਰ ਸਾਈ ਦਾ ਮਤਲਬ ਇਹ ਦੋਨੋਂ ਫੀਲਡ ਆਪਰੇਟਰ ਦੀ ਜਿਹੜੀ ਮਲਟੀਪਲੀਕੇਸ਼ਨ ਹੈ ਇਹ ਇਸ ਦੇ ਆਪਰੇਸ਼ਨ ਵੇਲੇ ਫੇਜ਼ ਵੈਲੋਸਿਟੀ ਕਦੇ ਨਹੀਂ ਦਿਖਾਈ ਦਿੰਦੀ, ਤਾਂ ਫੇਜ਼ ਵੈਲੋਸਿਟੀ ਇਹਨਾਂ ਦੋਵਾਂ ਦੇ ਆਪਰੇਸ਼ਨ ਦੇ ਵਿੱਚ ਆਉਂਦੀ ਨਹੀਂ ਹੈਗੀ, ਕਿਉਂਕਿ ਉਹ ਵਧਾਈ ਵੀ ਜਾ ਸਕਦੀ ਹੈ ਇਸ ਤਰੀਕੇ ਨਾਲ ਕੌਂਸਟੈਂਟ ਜੋੜ ਕੇ ਫੇਜ਼ ਵੈਲੋਸਿਟੀ ਦੇ ਵਿੱਚ, ਤਾਂ ਉਹਨੂੰ ਕੋਈ ਟੋਟਲ ਇਕੁਏਸ਼ਨ ਨੂੰ ਫਰਕ ਨਹੀਂ ਪੈਂਦਾ ਉਸਦੇ ਜੋ ਆਪਰੇਸ਼ਨ ਨੇ। ਇਸ ਤੋਂ ਬਾਅਦ ਇੱਕ ਇੰਪੋਰਟੈਂਟ ਵੈਲੋਸਿਟੀ ਆ ਰਹੀ ਹੈ ਗਰੁੱਪ ਵੈਲੋਸਿਟੀ, ਇਸ ਦੇ ਬਾਰੇ ਹੁਣ ਆਪਾਂ ਪੜ੍ਹਦੇ ਹਾਂ ਅੱਗੇ। ਤਾਂ ਸਾਈ ਸਟਾਰ ਸਾਈ ਆਪਰੇਸ਼ਨ ਵੇਲੇ ਫੇਜ਼ ਵੈਲੋਸਿਟੀ ਕਦੇ ਨਹੀਂ ਦਿਖਾਈ ਦਿੰਦੀ। ਦੂਜੇ ਪਾਸੇ ਗਰੁੱਪ ਵੈਲੋਸਿਟੀ ਸੱਚਮੁੱਚ ਕੁਝ ਕੰਮ ਆਉਂਦੀ ਹੈ। ਇਹ ਤਰੰਗ ਦੀ ਗਤੀ ਹੁੰਦੀ ਹੈ, ਕਣ ਦੀ ਗਤੀ ਹੁੰਦੀ ਹੈ ਇਹ, ਜੋ ਕਿਸੇ ਸਥਾਨ ਉੱਤੇ ਕੇਂਦਰਿਤ ਤਰੰਗ ਪੈਕਟ ਹੁੰਦਾ ਹੈ, ਤਾਂ ਕਿਸੇ ਪੋਜੀਸ਼ਨ ਦੇ ਉੱਤੇ ਕੰਸਨਟ੍ਰੇਟਡ ਜਿਹੜਾ ਵੇਵ ਪੈਕਟ ਹੈ ਇਹ ਇਸ ਦੀ ਗਤੀ ਹੈ। ਦੂਜੇ ਸ਼ਬਦਾਂ ਦੇ ਵਿੱਚ ਇਹ ਬਹੁਤ ਸਾਰੀਆਂ ਤਰੰਗਾਂ ਦਾ ਇੱਕ ਗੁੱਛਾ ਹੁੰਦਾ ਹੈ ਜੋ ਜੁੜ ਕੇ ਢੇਰ ਦੀ ਤਰ੍ਹਾਂ ਬਣ ਜਾਂਦੀਆਂ ਹਨ। ਇਹ ਢੇਰ ਜਿਸ ਵੈਲੋਸਿਟੀ ਦੇ ਨਾਲ ਗਤੀ ਕਰਦਾ ਹੈ ਉਸ ਨੂੰ ਗਰੁੱਪ ਵੈਲੋਸਿਟੀ ਕਿਹਾ ਜਾਂਦਾ ਹੈ। ਜਿਹੜਾ ਕਣ ਦੀ ਜੋ ਗਤੀ ਹੈ ਉਹ ਗਰੁੱਪ ਵੈਲੋਸਿਟੀ ਦੇ ਨਾਲ ਮਤਲਬ ਰੱਖਦੀ ਹੈ। ਅਤੇ ਬਹੁਤ ਸਾਰੀਆਂ ਪਲੇਨ ਤਰੰਗਾਂ ਨੂੰ ਜੋੜ ਕੇ ਇੱਕ ਢੇਰ ਬਣਾਉਣ ਲਈ ਡਿਸਟਰਕਟਿਵ ਇੰਟਰਫੇਰੈਂਸ ਦੀ ਵਰਤੋਂ ਹੁੰਦੀ ਹੈ, ਜੋ ਨਸ਼ਟ ਕਰਨ ਵਾਲੀ ਇੰਟਰਫੇਰੈਂਸ ਹੈ, ਜਿਸ ਨੂੰ ਨਸ਼ਟ ਕਰਨ ਵਾਲੀ ਦਖਲ ਅੰਦਾਜ਼ੀ ਕਿਹਾ ਜਾ ਸਕਦਾ ਪੰਜਾਬੀ ਦੇ ਵਿੱਚ, ਇਸ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਵਿੱਚ ਇਨ ਫੇਜ਼ ਵਾਲੀਆਂ ਅੰਦਰ ਆਉਣ ਵਾਲਾ ਫੇਜ਼ ਹੈ ਜੋ ਉਸਦੀਆਂ ਤਰੰਗਾਂ ਜੁੜ ਕੇ ਐਡ ਹੋ ਕੇ ਢੇਰ ਬਣਾਉਂਦੀਆਂ, ਤਾਂ ਉਹ ਬਹੁਤ ਸਾਰੀਆਂ ਤਰੰਗਾਂ ਨੂੰ ਜੋੜ ਕੇ ਇੱਕ ਵੇਵ ਪੈਕਟ ਬਣਦਾ ਹੁੰਦਾ। ਅਤੇ ਫੇਜ਼ ਤੋਂ ਬਾਹਰ, ਜਿਸ ਨੂੰ ਆਪਾਂ ਆਊਟ ਆਫ ਫੇਜ਼ ਕਹਿ ਸਕਦੇ ਹਾਂ, ਆਊਟ ਆਫ ਫੇਜ਼ ਵਾਲੀਆਂ ਤਰੰਗਾਂ ਇੱਕ ਦੂਜੀ ਨੂੰ ਨਸ਼ਟ ਕਰ ਦਿੰਦੀਆਂ, ਜਿਨ੍ਹਾਂ ਦਾ ਫੇਜ਼ ਆਊਟ ਹੁੰਦਾ ਇੱਕ ਦੂਜੀ ਤੋਂ, ਤਾਂ ਉਹ ਇੱਕ ਦੂਜੀ ਨੂੰ ਕੈਂਸਲ ਕਰ ਦਿੰਦੀਆਂ ਅਤੇ ਜਿਹੜੀਆਂ ਇੱਕ ਦੂਜੀ ਦੇ ਵਰਗੇ ਫੇਜ਼ ਵਾਲੀਆਂ ਹੁੰਦੀਆਂ ਉਹਦੇ ਵਿੱਚ ਜੁੜ ਜਾਂਦੀਆਂ ਨੇ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਅਸੀਂ ਵੇਵਸ ਦੀ ਜਿਹੜੀ ਗਤੀ ਦੇ ਵਿੱਚ ਦਿਲਚਸਪੀ ਰੱਖਦੇ ਹੋਈਏ ਤਾਂ ਕੁਝ ਵੱਖਰੀਆਂ ਫ੍ਰੀਕੁਐਂਸੀਆਂ ਵਾਲੀਆਂ ਤਰੰਗਾਂ ਇੱਕ ਦੂਜੀ ਤਰੰਗ ਨੂੰ ਮਜਬੂਰ ਕਰਕੇ ਉੱਚਤਮ ਅਤੇ ਨਿਊਨਤਮ ਬਿੰਦੂ ਬਣਾਉਂਦੀਆਂ ਹੋਣਗੀਆਂ। ਤਾਂ ਕੁਝ ਜਿਹੜੀਆਂ ਡਿਫਰੈਂਟ ਫ੍ਰੀਕੁਐਂਸੀ ਵਾਲੀਆਂ ਵੇਵਸ ਨੇ ਉਹ ਇੱਕ ਦੂਜੀ ਤਰੰਗ ਦੇ ਨਾਲ ਇੰਟਰਫੇਰੈਂਸ ਕਰਕੇ ਉੱਚਤਮ ਇੱਕ ਮੈਗਜ਼ੀਮਮ ਬਣਾਉਂਦੀਆਂ ਹੋਣਗੀਆਂ ਤੇ ਇੱਕ ਮਿਨੀਮਮ ਬਣਾਉਂਦੀਆਂ ਹੋਣਗੀਆਂ। ਤਾਂ ਉਹ ਦੋ ਤਰੰਗਾਂ ਲਈਆਂ ਜਿਨ੍ਹਾਂ ਦਾ ਮੋਮੈਂਟਮ ਬਹੁਤ ਨਜ਼ਦੀਕ ਹੋਵੇ। ਤਾਂ ਇੱਥੇ ਦੋ ਤਰੰਗਾਂ ਅਸੀਂ ਲੈਂਦੇ ਹਾਂ। ਅਸੀਂ ਇਹ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਦੋਵੇਂ ਤਰੰਗਾਂ ਦੇ ਦਰਮਿਆਨ ਰਚਨਾਤਮਕ ਇੰਟਰਫੇਰੈਂਸ ਕਿੱਥੇ ਵਾਪਰਦੀ ਹੈ, ਕਿ ਜੁੜਦੀਆਂ ਕਿੱਥੇ ਨੇ ਉਹ। ਇਸ ਦੇ ਲਈ ਅਸੀਂ ਕਿਸੇ ਸਾਈਨ ਵੇਵ ਨੂੰ ਲਵਾਂਗੇ ਜਿਸ ਨੂੰ ਇਸ ਤਰੀਕੇ ਨਾਲ ਲਿਖਿਆ ਜਾਂਦਾ ਹੈ, ਸਾਈਨ kx ਮਾਈਨਸ ਓਮੇਗਾ ਆਫ x ਓਮੇਗਾ ਆਫ kt, kx ਮਾਈਨਸ ਓਮੇਗਾ ਆਫ kt। ਇੱਥੇ ਓਮੇਗਾ ਹੀ ਹੈ, ਇਹ ਓਮੇਗਾ k ਇਸ ਦਾ ਸਬ ਇੰਡੈਕਸ ਹੈ ਜੋ ਮੋਮੈਂਟਮ k ਦੇ ਨਾਲ ਸੰਬੰਧ ਰੱਖਦਾ ਹੈ। ਜੋ એનર્ਜੀ ਓਮੇਗਾ ਨਾਲ ਗਤੀ ਕਰ ਰਹੀ ਮੋਮੈਂਟਮ k ਵਾਲੀ ਤਰੰਗ ਹੈ, ਇਹ એનર્ਜੀ ਇਸ ਦੀ k ਹੈ, ਮੋਮੈਂਟਮ ਵੀ k ਹੀ ਹੈ ਕਿਉਂਕਿ ਇੱਥੇ h ਦੀ ਵੈਲਿਊ 1 ਲਈ ਗਈ ਹੈ। ਜੋ એનર્ਜੀ ਓਮੇਗਾ ਦੇ ਨਾਲ ਗਤੀ ਕਰ ਰਹੀ ਇੱਕ ਮੋਮੈਂਟਮ k, ਇੱਥੇ ਸਮਾਲ k ਹੈ, ਇਹ ਅਲਫਾਬੈਟ ਦਾ ਧਿਆਨ ਰੱਖਣਾ ਵਾਲੀ ਤਰੰਗ ਹੈ। ਤਾਂ ਦੋਸਤੋ ਇੱਥੇ ਤੁਸੀਂ ਇੱਕ ਚੀਜ਼ ਨੂੰ ਹਮੇਸ਼ਾ ਯਾਦ ਰੱਖਣਾ ਕਿ ਜਿੱਥੇ એનર્ਜੀ ਦੀ ਗੱਲ ਹੁੰਦੀ ਆ ਉੱਥੇ ਮੋਮੈਂਟਮ ਤੇ એનર્ਜੀ ਦੇ ਵਿੱਚ ਸਿਰਫ ਇੱਕ ਐਚ ਦਾ ਫਰਕ ਹੁੰਦਾ। P ਇਜ਼ ਇਕੁਅਲ ਟੂ ਮੋਮੈਂਟਮ ਹੈ ਜਿਹੜਾ ਉਸ ਤੇ P ਤੇ K ਦੇ ਵਿੱਚ ਐਚ ਦਾ ਫਰਕ ਹੁੰਦਾ, ਯਾਨੀ ਕਿ ਐਚ ਇੱਥੇ ਸਾਇਲੈਂਟ ਰੱਖਿਆ ਜਾਂਦਾ, ਇੱਥੇ ਲਿਖਿਆ ਨਹੀਂ ਜਾਂਦਾ। ਤੇ ਉਹ ਇਕੁਏਸ਼ਨ ਦੇ ਵਿੱਚੋਂ ਸਾਇਲੈਂਟ ਇਸ ਲਈ ਰੱਖਿਆ ਜਾਂਦਾ ਕਿ ਇਕੁਏਸ਼ਨ ਬਹੁਤੀ ਲੰਬੀ ਚੌੜੀ ਨਾ ਬਣੇ, ਉਸਨੂੰ 1 ਦੀ ਵੈਲਿਊ ਦੇ ਦਿੱਤੀ ਜਾਂਦੀ ਹੈ ਕਿਉਂਕਿ ਯੂਨਿਟਾਂ ਦਾ ਹੇਰ ਫੇਰ ਕਰਕੇ ਐਚ ਦੀ ਵੈਲਿਊ 1 ਸੈੱਟ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ એનર્ਜੀ ਹੈ ਜਿਹੜੀ ਓਮੇਗਾ ਦੇ ਬਰਾਬਰ ਲਿਖੀ ਜਾਂਦੀ ਹੈ ਕਿਉਂਕਿ ਓਮੇਗਾ ਦੇ ਨਾਲ ਐਚ ਦੀ ਮਲਟੀਪਲੀਕੇਸ਼ਨ એનર્ਜੀ ਬਣਾਉਂਦੀ ਹੈ ਤੇ એનર્ਜੀ ਓਮੇਗਾ ਕਹਿ ਸਕਦੇ ਹਾਂ ਅਗਰ ਐਚ ਦੀ ਵੈਲਿਊ 1 ਹੋਵੇ। ਤਾਂ ਜੋ એનર્ਜੀ ਓਮੇਗਾ ਦੇ ਨਾਲ ਗਤੀ ਕਰ ਰਹੇ ਮੋਮੈਂਟਮ ਸਮਾਲ ਕੇ ਵਾਲੀ ਵੇਵ ਹੈ। ਆਓ ਇਸ ਵਿੱਚ ਥੋੜੇ ਜਿਹੇ ਵੱਖਰੇ ਮੋਮੈਂਟਮ ਕੈਪੀਟਲ ਕੇ ਬਿਗ ਕੇ ਵਾਲੀ ਕੋਈ ਤਰੰਗ ਜੋੜ ਦਈਏ ਕਿ ਥੋੜੀ ਜਿਹੀ ਵੱਡੀ, ਥੋੜਾ ਮੋਮੈਂਟਮ ਜਿਸ ਦਾ ਜ਼ਿਆਦਾ ਹੋਵੇ, ਥੋੜਾ ਹੀ ਫਰਕ ਹੋਵੇ। ਇਸ ਦੇ ਵਿੱਚ ਜੋੜਨੀ ਹੈ ਅਸੀਂ ਸਾਈਨ ਆਫ kx ਮਾਈਨਸ ਓਮੇਗਾ kt ਪਲੱਸ ਸਾਈਨ ਆਫ ਕੈਪੀਟਲ kx ਮਾਈਨਸ ਓਮੇਗਾ ਆਫ ਕੈਪੀਟਲ k। ਇੱਥੇ k ਹੈ ਜਿਹੜਾ ਸਬਸਕ੍ਰਿਪਟ ਦੀ ਤਰ੍ਹਾਂ, ਇਹ ਓਮੇਗਾ ਵਾਲੇ ਮੋਮੈਂਟਮ ਨੂੰ ਦਰਸਾਉਂਦਾ ਜੋ ਓਮੇਗਾ ਓਮੇਗਾ ਦੀ ਫ੍ਰੀਕੁਐਂਸੀ ਦਰਸਾਉਂਦਾ ਜੋ k ਨਾਲ ਸੰਬੰਧ ਰੱਖਦੀ ਹੈ, ਜ਼ਿਆਦਾ ਮੋਮੈਂਟਮ ਨਾਲ ਸੰਬੰਧ ਰੱਖਦੀ ਹੈ। ਦੋ ਵੇਵਸ ਦਾ ਜੋੜ ਕੀਤਾ ਗਿਆ ਇੱਥੇ, ਦੋਨੇ ਵੇਵਸ ਇੱਥੇ ਲਿਖ ਦਿੱਤੀਆਂ ਗਈਆਂ ਨੇ ਕਿ ਇਸ ਦੇ ਵਿੱਚ ਇੱਕ ਥੋੜੇ ਜ਼ਿਆਦਾ ਮੋਮੈਂਟਮ ਕੈਪੀਟਲ K ਵਾਲੀ ਅਸੀਂ ਵੇਵ ਜੋੜ ਦਿੱਤੀ ਹੈ। ਹੁਣ ਇਹ ਦੋਵੇਂ ਵੇਵਸ ਨੇ ਜਿਹੜੀਆਂ ਇਨ ਫੇਜ਼ ਕਿੱਥੇ ਹੋਣਗੀਆਂ। ਇਨ ਫੇਜ਼ ਦਾ ਮਤਲਬ ਹੈ ਕਿ ਦੋਵਾਂ ਦਾ ਜਿਹੜਾ ਫੇਜ਼ ਆ ਬਰਾਬਰ ਕਦੋਂ ਹੋਏਗਾ ਤੇ ਆਊਟ ਫੇਜ਼ ਕਦੋਂ ਹੋਣਗੀਆਂ, ਜਿੱਥੇ ਦੋਵੇਂ ਫੇਜ਼ ਇੱਕ ਦੂਜੇ ਨੂੰ ਕੈਂਸਲ ਕਰਨਗੇ। ਇੱਥੇ ਸਾਈਨ ਫੰਕਸ਼ਨ ਦੇ ਅੰਦਰ ਲਿਖਿਆ ਗਿਆ ਜਿਹੜੀ ਆਰਗੂਮੈਂਟ ਹੈ ਜਿਹੜਾ ਥੀਟਾ ਸਾਈਨ ਦਾ, ਉਹ kx ਮਾਈਨਸ ਓਮੇਗਾ kt ਦੂਜੇ ਸਾਈਨ ਫੰਕਸ਼ਨ ਦੇ ਆਰਗੂਮੈਂਟ ਦੇ ਬਰਾਬਰ ਹੋਣਾ ਚਾਹੀਦਾ। ਜਿੱਥੇ ਇਹ ਦੋਵੇਂ ਅਗਰ ਥੀਟਾ ਬਰਾਬਰ ਹੈ ਤਾਂ ਉਹ ਇੱਕ ਦੂਜੇ ਦੇ ਉੱਤੇ ਓਵਰਲੈਪ ਕਰਨਗੀਆਂ, ਉੱਥੇ ਇੱਕ ਦੂਜੇ ਦੇ ਵਿੱਚ ਜੁੜ ਜਾਣਗੀਆਂ। ਅਰਥਾਤ kx ਮਾਈਨਸ ਓਮੇਗਾ k ਆਫ t, ਇੱਥੇ ਓਮੇਗਾ ਆਫ k ਦੀ ਬਜਾਏ ਓਮੇਗੇ ਨੂੰ ਸਬਸਕ੍ਰਿਪਟ ਦੇ ਵਿੱਚ ਲਿਖ ਦਿੱਤਾ ਓਮੇਗਾ k ਆਫ t। ਇਹ ਜਿਹੜਾ ਐਂਗਲ ਹੈ ਇਹ ਦੂਜੇ ਐਂਗਲ ਦੇ ਬਰਾਬਰ ਹੋਣਾ ਚਾਹੀਦਾ। ਦੋਵੇਂ ਐਂਗਲ ਅਗਰ ਬਰਾਬਰ ਹੋਣਗੇ ਤਾਂ ਹੀ ਉਹ ਇੱਕ ਇਨ ਫੇਜ਼ ਹੋਣਗੀਆਂ, ਯਾਨੀ ਕਿ ਉਹਨਾਂ ਦਾ ਜਿਹੜਾ ਫੇਜ਼ ਆ ਉਹ ਬਰਾਬਰ ਰਹੇਗਾ। ਤਾਂ ਇੱਥੇ ਸਮਾਲ kx ਮਾਈਨਸ ਓਮੇਗਾ ਸਮਾਲ k ਆਫ ਮਲਟੀਪਲਾਈਡ ਬਾਈ ਟਾਈਮ t ਇਜ਼ ਇਕੁਅਲ ਟੂ ਕੈਪੀਟਲ kx ਮਾਈਨਸ ਓਮੇਗਾ ਆਫ ਕੈਪੀਟਲ kt, ਇਹ ਦੋਵੇਂ ਬਰਾਬਰ ਹੋਣੇ ਚਾਹੀਦੇ ਹਨ। ਇਸ ਨੂੰ ਅਸੀਂ ਸੋਲਵ ਕਰਕੇ ਦੇਖ ਸਕਦੇ ਹਾਂ ਕਿ x ਦੇ ਨਾਲ ਇੱਥੇ ਸਮਾਲ k ਹੈ ਤੇ ਇੱਧਰੋਂ ਦੂਜੇ ਪਾਸਿਓਂ ਕੈਪੀਟਲ K ਇੱਧਰ ਮਾਈਨਸ 'ਚ ਲਿਖ ਸਕਦੇ ਹਾਂ ਤੇ ਇੱਧਰ t ਦੇ ਨਾਲ ਓਮੇਗਾ k, t ਦੇ ਨਾਲ ਆਲਰੇਡੀ ਇੱਥੇ
ਇੱਧਰ ਮਾਈਨਸ ਹੈ, ਇੱਧਰ ਆ ਕੇ ਪਲੱਸ ਬਣ ਜਾਏਗਾ ਓਮੇਗਾ ਟੀ ਦੇ ਨਾਲ। ਓਮੇਗਾ ਕੇ ਸਮਾਲ ਲੈਟਰ ਦੇ ਨਾਲ ਲਿਖਿਆ ਹੋਇਆ ਓਮੇਗਾ ਕੇ ਹੈ ਜੋ, ਤੇ ਇੱਧਰ ਆਲਰੇਡੀ ਮਾਈਨਸ ਓਮੇਗਾ ਕੈਪੀਟਲ ਕੇ ਟੀ ਵਾਲਾ ਸੀਗਾ, ਇਸ ਲਈ ਇੱਥੇ ਮਾਈਨਸ ਓਮੇਗਾ ਕੈਪੀਟਲ ਕੇ ਟੀ, ਇਸ ਤਰ੍ਹਾਂ ਦੀ ਇਕੁਏਸ਼ਨ ਅਸੀਂ ਲਿਖ ਸਕਦੇ ਹਾਂ। ਤੇ ਐਕਸ ਦੀ ਵੈਲਿਊ ਕੀ ਬਣੇਗੀ ਫਿਰ ਇਸ ਦੇ ਵਿੱਚੋਂ, ਇੱਧਰ ਕੇ ਮਾਈਨਸ ਕੈਪੀਟਲ ਕੇ ਨੂੰ ਡਿਵਾਈਡ ਕਰਾਂਗੇ ਤਾਂ ਓਮੇਗਾ ਕੇ ਮਾਈਨਸ ਓਮੇਗਾ ਕੈਪੀਟਲ ਕੇ ਡਿਵਾਈਡ ਬਾਈ ਕੇ ਮਾਈਨਸ ਕੈਪੀਟਲ ਕੀ ਟੀ। ਟੀ ਇੱਥੇ ਅਲੱਗ ਹੈ, ਇਸ ਦੇ ਨਾਲ ਮਲਟੀਪਲਾਈਡ ਨਹੀਂ ਹੋਇਆ, ਧਿਆਨ ਰੱਖਣਾ। ਤੇ ਇਹ ਟੋਟਲ ਰਕਮ ਹੈ ਜੋ ਇਹ ਆਪਸ ਵਿੱਚ ਡਿਵੀਜ਼ਨ ਹੈ ਇੱਕ ਦੂਜੇ ਦੀ। ਤੇ ਟੀ ਇਸ ਦੇ ਟੋਟਲ ਇਹਦਾ ਟੀ ਇੱਥੇ ਪਹਿਲੀ ਰਕਮ ਦੇ ਨਾਲ ਲਿਖਿਆ ਜਾ ਸਕਦਾ ਸੀ, ਓਮੇਗਾ ਕੀ ਮਾਈਨਸ ਓਮੇਗਾ ਕੇ ਦੇ ਨਾਲ, ਫਿਰ ਇਹ ਥੋੜਾ ਕਨਫਿਊਜ਼ਨ ਨਾ ਕ੍ਰੀਏਟ ਕਰਦਾ। ਇੱਥੇ ਟਾਈਮ ਥੋੜੀ ਜਗ੍ਹਾ ਦੀ ਬਚਤ ਦੇ ਲਈ ਇੱਥੇ ਇਸਨੂੰ ਇਕੋ ਲਾਈਨ 'ਚ ਲਿਖ ਦਿੱਤਾ ਹੈ, ਡਿਵਾਈਡ ਇਸ ਤਰ੍ਹਾਂ ਦਾ ਯੂਜ਼ ਕਰਕੇ ਇਹ ਥੋੜਾ ਕਨਫਿਊਜ਼ਨ ਪੈਦਾ ਕਰ ਸਕਦਾ, ਇਸ ਲਈ ਟੀ ਨੂੰ ਮੈਂ ਥੋੜਾ ਦੂਰ ਹਟਾ ਕੇ ਲਿਖਿਆ ਇੱਥੇ। ਇਹ ਇਸ ਦੇ ਨਾਲ ਮਲਟੀਪਲਾਈਡ ਹੈ, ਓਮੇਗਾ ਕੇ ਮਾਈਨਸ ਓਮੇਗਾ ਕੈਪੀਟਲ ਕੇ ਦੇ ਨਾਲ ਮਲਟੀਪਲਾਈਡ ਹੈ। ਇੱਥੋਂ ਸਿਰਫ ਕੇ ਮਾਈਨਸ ਕੇ ਨੂੰ ਡਿਵੀਜ਼ਨ ਦੇ ਵਿੱਚ ਲਿਆਂਦਾ ਗਿਆ। ਹੁਣ ਮੰਨ ਲਓ ਕਿ ਕੈਪੀਟਲ ਕੇ ਅਤੇ ਸਮਾਲ ਕੇ ਜਿਹੜੇ ਆਪਸ ਵਿੱਚ ਬਹੁਤ ਨਜ਼ਦੀਕੀ ਹੁੰਦੇ ਹਨ, ਮਤਲਬ ਕਿ ਇਹਨਾਂ ਦੇ ਵਿੱਚ ਆਪਸ ਵਿੱਚ ਜਿਹੜਾ ਡਿਫਰੈਂਸ ਹੈ ਉਹ ਬਹੁਤ ਘੱਟ ਹੁੰਦਾ। ਇਸ ਹਾਲਤ ਦੇ ਵਿੱਚ ਜਿਹੜਾ ਓਮੇਗਾ ਮਾਈਨਸ ਕੇ ਮਾਈਨਸ ਓਮੇਗਾ ਓਮੇਗਾ ਕੇ ਮਾਈਨਸ ਓਮੇਗਾ ਕੈਪੀਟਲ ਕੇ ਡਿਵਾਈਡ ਬਾਈ ਕੇ ਮਾਈਨਸ ਬਿਗ ਕੇ ਹੈ ਜਿਹੜਾ, ਇਸ ਦੀ ਜਿਹੜੀ ਮਾਤਰਾ ਹੈ ਇਹ ਓਮੇਗਾ ਦੇ ਸੰਦਰਭ ਦੇ ਵਿੱਚ ਡੈਰੀਵੇਟਿਵ ਦੀ ਤਰ੍ਹਾਂ ਹੀ ਬਣ ਜਾਂਦੀ ਹੈ, ਕਿਉਂਕਿ ਡਿਫਰੈਂਸ਼ੀਏਸ਼ਨ ਦੀ ਜੋ ਪਰਿਭਾਸ਼ਾ ਹੈ ਕਿ ਚੇਂਜ ਇਨ ਫੰਕਸ਼ਨ ਮਾਈਨਸ ਓਰੀਜਨਲ ਫੰਕਸ਼ਨ ਡਿਵਾਈਡ ਬਾय ਚੇਂਜ। ਕੇ ਮਾਈਨਸ ਐਕਸ ਕੇ ਮਾਈਨਸ ਕੈਪੀਟਲ ਕੇ ਚੇਂਜ ਦਾ ਕੰਮ ਕਰਦਾ, ਜੋ ਚੇਂਜ ਹੈ ਦੋਨਾਂ ਦੇ ਵਿੱਚ ਮੋਮੈਂਟਮ ਦੇ ਵਿੱਚ। ਤੇ ਇੱਥੇ ਕੇ ਓਮੇਗਾ ਕੇ ਤੇ ਓਮੇਗਾ ਕੈਪੀਟਲ ਕੇ ਇਹਨਾਂ ਦੇ ਵਿੱਚ ਮੋਮੈਂਟਮ ਦੇ ਵਿੱਚ ਚੇਂਜ ਦਾ ਕੰਮ ਕਰਦਾ ਹੈ, ਠੀਕ ਹੈ। ਫਾਈਨਲ ਮੋਮੈਂਟਮ ਹੈ ਤੇ ਇਨੀਸ਼ੀਅਲ ਮੋਮੈਂਟਮ ਹੈ ਡਿਵਾਈਡ ਬਾय ਡਿਫਰੈਂਸ ਇਨ ਮੋਮੈਂਟਮ। ਇਹ ਇੱਕ ਡੈਰੀਵੇਟਿਵ ਦੀ ਤਰ੍ਹਾਂ ਬਣ ਜਾਂਦਾ, ਯਾਨੀ ਕਿ ਰਚਨਾਤਮਕ ਜੋੜ ਦੇ ਵਾਸਤੇ ਇਹ ਤਰੰਗਾਂ ਅਜਿਹਾ ਰਸਤਾ ਬਣਾਉਂਦੀਆਂ ਹਨ ਜੋ ਇਸ ਸਮੀਕਰਨ ਦੇ ਦੁਆਰਾ ਦਰਸਾਇਆ ਜਾਏਗਾ, x ਇਜ਼ ਇਕੁਅਲ ਟੂ ਡੀ ਬਾਈ ਡੀ ਕੇ ਆਫ ਓਮੇਗਾ ਕੇ ਮਲਟੀਪਲਾਈਡ ਬਾਈ ਟੀ। ਇੱਥੇ ਬੜੀ ਸੁੰਦਰ ਸਮੀਕਰਨ ਬਣ ਜਾਂਦੀ ਹੈ। ਇੱਥੇ ਟੀ ਮਲਟੀਪਲਾਈਡ ਹੈ, ਇਹ ਕਿਸੇ ਡਿਫਰੈਂਸ਼ੀਏਸ਼ਨ ਦਾ ਹਿੱਸਾ ਨਹੀਂ ਹੈ, ਸਿਰਫ ਇੱਥੇ ਮਲਟੀਪਲ ਇਸ ਦਾ ਗੁਣਾਂਕ ਹੈ। ਤੇ ਡੀ ਓਮੇਗਾ ਕੇ ਬਾਈ ਡੀ ਕੇ, ਓਮੇਗਾ ਇੱਥੇ ਕੇ ਸਬਸਕ੍ਰਿਪਟ ਹੈ, ਇੱਥੇ ਓਮੇਗਾ ਦਾ ਕੇ ਦੇ ਨਾਲ ਹੀ ਇੱਥੇ ਡਿਫਰੈਂਸ਼ੀਏਸ਼ਨ ਬਣ ਜਾਂਦੀ ਹੈ, ਇੱਕ ਤਰ੍ਹਾਂ ਦੀ ਡੈਰੀਵੇਟਿਵ ਬਣ ਜਾਂਦਾ ਇਸ ਦਾ। ਤਾਂ ਐਕਸ ਇਜ਼ ਇਕੁਅਲ ਟੂ ਡੀ ਓਮੇਗਾ ਕੇ ਬਾਈ ਡੀ ਕੇ ਟੀ। ਹੁਣ ਮੰਨ ਲਓ ਕਿ ਕੈਪੀਟਲ ਕੇ ਅਤੇ ਕੇ ਆਪਸ ਵਿੱਚ ਬਹੁਤ ਨਜ਼ਦੀਕੀ ਹੁੰਦੇ ਹਨ। ਇਸ ਹਾਲਤ ਦੇ ਵਿੱਚ ਇਹ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ, ਇਸ ਤੋਂ ਅਗਲੀ ਸਲਾਈਡ ਤੇ ਚੱਲਦੇ ਹਾਂ, ਤੇ ਡਬਲ ਹੋ ਗਿਆ। ਤਾਂ ਡੀ ਬਾਈ ਡੀ ਕੇ ਆਫ ਓਮੇਗਾ ਕੇ ਵੀ ਇੱਕ ਵੈਲੋਸਿਟੀ ਹੀ ਹੁੰਦੀ ਹੈ, ਇਹ ਉਸ ਸਥਾਨ ਦੀ ਵੈਲੋਸਿਟੀ ਹੁੰਦੀ ਹੈ, ਕਿਉਂਕਿ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪੋਜੀਸ਼ਨ ਹੈ ਜੋ ਐਕਸ ਹੈ ਡਿਸਪਲੇਸਮੈਂਟ ਦੀ ਤਰ੍ਹਾਂ, ਤੇ ਇੱਥੇ ਵੈਲੋਸਿਟੀ ਹੀ ਹੋਣੀ ਚਾਹੀਦੀ ਹੈ, ਵੈਲੋਸਿਟੀ ਬਾਈ ਟੀ ਹੈ ਜੋ, ਕਿਉਂਕਿ ਟਾਈਮ ਨੂੰ ਇੱਧਰ ਲੈ ਕੇ ਜਾਂਦੇ ਹਾਂ ਤਾਂ ਐਕਸ ਬਾਈ ਟੀ ਵੈਲੋਸਿਟੀ ਦੀ ਤਰ੍ਹਾਂ ਬਣਦਾ। ਇਹ ਵੈਲੋਸਿਟੀ ਹੀ ਹੁੰਦੀ ਹੈ, ਇਹ ਉਸ ਸਥਾਨ ਦੀ ਵੈਲੋਸਿਟੀ ਹੁੰਦੀ ਹੈ ਜਿੱਥੇ ਤਰੰਗਾਂ ਇੱਕ ਦੂਜੀ ਨੂੰ ਜੋੜਨ ਦੇ ਲਈ ਮਜਬੂਰ ਕਰਦੀਆਂ ਹਨ। ਇਸ ਨੂੰ ਗਰੁੱਪ ਵੈਲੋਸਿਟੀ ਕਿਹਾ ਜਾਂਦਾ ਹੈ, ਡੀ ਵਾਈ ਡੀ ਕੇ ਆਫ ਓਮੇਗਾ ਕੇ ਨੂੰ। ਆਓ ਇਸ ਦਾ ਹਿਸਾਬ ਲਗਾਈਏ। ਓਮੇਗਾ ਦੀ ਇਸ ਸਮੀਕਰਨ ਨੂੰ ਲਓ, ਓਮੇਗਾ ਇਜ਼ ਇਕੁਅਲ ਟੂ ਕੇ ਸਕੁਅਰ ਬਾਈ 2m ਪਲੱਸ ਸੀ, ਜਿਸ ਦੇ ਵਿੱਚ ਅਸੀਂ ਇੱਕ ਕਾਂਸਟੈਂਟ ਸੀ ਜੋੜ ਦਿੰਦੇ ਹਾਂ ਫਰੀਕੁਐਂਸੀ ਦੇ ਵਿੱਚ, ਤੇ ਫਰੀਕੁਐਂਸੀ ਓਮੇਗਾ ਜੋ ਕੇ ਸਕੁਅਰ ਬਾਈ 2m ਹੈ, ਇਹ ਪੀ ਸਕੁਅਰ ਬਾਈ 2m ਦੀ એનર્ਜੀ ਵਾਲੀ ਡੈਫੀਨੇਸ਼ਨ ਤੋਂ ਲਈ ਹੈ, ਕਿਉਂਕਿ ਪੀ ਕੇ ਦੇ ਬਰਾਬਰ ਹੈ। ਪੀ ਇਜ਼ ਇਕੁਅਲ ਟੂ ਐਚ ਕੇ, ਐਚ ਉੱਥੇ ਇੱਕ ਹੈ ਇਸ ਲਈ ਕੇ ਹੈ,
ओमेगा इज इक्वल टू इत्थे फेज वेलोसिटी वाली समीकरण लै लईए असीं कि फ्रीकुएंसी दे विच असीं एक सी नाम दा कांस्टेंट होर जोड़ता सी वैल्यू दा ਇਸਦਾ ਕੇ ਦੇ ਸੰਦਰਭ ਦੇ ਵਿੱਚ ਡੈਰੀਵੇਟਿਵ ਲੈਂਦੇ ਹਾਂ ਹੁਣ ਅਸੀਂ ਕਿਉਂਕਿ ਇੱਥੇ ਓਮੇਗਾ ਬਾਈ ਡੀ ਕੇ ਕਰਨਾ ਹੈ ਤਾਂ ਕੇ ਦੇ ਵਿਦ ਰਿਸਪੈਕਟ ਟੂ ਕੇ ਅਸੀਂ ਇਸਦਾ ਡੈਰੀਵੇਟਿਵ ਲਵਾਂਗੇ ਤੇ ਤਾਂ ਜੋ ਗਰੁੱਪ ਵੈਲੋਸਿਟੀ ਪਤਾ ਕਰ ਸਕੀਏ ਤਾਂ ਗਰੁੱਪ ਵੈਲੋਸਿਟੀ ਹੋਏਗੀ ਡੀ ਓਮੇਗਾ ਕੇ ਬਾਈ ਡੀ ਕੇ ਜਾਂ ਡੀ ਬਾਈ ਡੀ ਕੇ ਤੇ ਇੱਥੇ ਜਿਹੜਾ ਕੇ ਸਕੁਅਰ ਬਾਈ 2m ਪਲੱਸ ਸੀ ਹੈ ਇਸ ਦਾ ਅਸੀਂ ਡਿਫਰੈਂਸ਼ੀਏਸ਼ਨ ਕਰਾਂਗੇ ਡੀ ਕੇ ਦੇ ਨਾਲ ਇੱਥੇ ਕੇ ਸਕੁਅਰ ਦੀ ਡਿਫਰੈਂਸ਼ੀਏਸ਼ਨ ਤੁਸੀਂ ਜਾਣਦੇ ਆ 2k ਬਣ ਜਾਏਗੀ ਤੇ ਨੀਚੇ 2m ਹੈ ਤੇ ਇੱਥੇ ਪਿੱਛੇ ਸਾਡੇ ਕੋਲ ਪਲੱਸ ਸੀ ਦੀ ਕੋਈ ਡਿਫਰੈਂਸ਼ੀਏਸ਼ਨ ਕੋਈ ਫਰਕ ਨਹੀਂ ਪੈਣਾ ਕਾਂਸਟੈਂਟ ਦੀ ਡਿਫਰੈਂਸ਼ੀਏਸ਼ਨ 0 ਹੁੰਦੀ ਹੈ ਤਾਂ 2k/2m ਹੈ ਸਾਡੇ ਕੋਲ ਬਚੇਗਾ ਤੇ 2k/2m ਦੇ ਵਿੱਚੋਂ 2 ਆ ਜਿਹੜਾ ਕਾਮਨ ਹੈ ਤੇ ਇਹ ਲੈਸ ਹੋ ਜਾਏਗਾ ਆਪਣੇ ਆਪ ਤਾਂ k/m ਸਾਡੇ ਕੋਲ ਬਚਦਾ ਮੋਮੈਂਟਮ ਬਾਈ ਮਾਸ ਤਾਂ ਗਰੁੱਪ ਵੈਲੋਸਿਟੀ d omega k by dk is equal to dk of k square by 2m plus c is equal to 2k by 2m is equal to k by m ਤਾਂ ਗਰੁੱਪ ਵੈਲੋਸਿਟੀ ਜਿਹੜੀ ਹੈਗੀ ਹੈ ਇਹ k by m ਸੀਗੀ d omega by dk ਅਸੀਂ ਦੇਖਿਆ ਕਿ ਇਹ ਜੋ ਗਰੁੱਪ ਵੈਲੋਸਿਟੀ ਹੈ ਡੀ ਓਮੇਗਾ ਕੇ ਬਾਈ ਡੀ ਕੇ ਇਹ ਕੇ ਬਾਈ ਐਮ ਇਸ ਦੀ ਵੈਲਿਊ ਬਣਦੀ ਹੈ ਤੇ ਜਿਹੜੀ ਫੇਜ਼ ਵੈਲੋਸਿਟੀ ਅਸੀਂ ਪਹਿਲਾਂ ਕੱਢੀ ਹੈ ਇਹ ਓਮੇਗਾ ਬਾਈ ਕੇ ਹੁੰਦੀ ਹੈ ਇਹ ਦੇਖੋ ਕਿ ਇੱਕ ਦੂਜੇ ਤੋਂ ਉਲਟ ਹੁੰਦੀਆਂ ਤੇ ਕੇ ਬਾਈ ਐਮ ਹੈ ਐਮ ਬਾਈ ਕੇ ਹੈ ਸੌਰੀ ਇਹ ਕੇ ਬਾਈ ਐਮ ਹੈ ਇਹ ਓਮੇਗਾ ਬਾਈ ਕੇ ਹੈ ਜੋ ਫੇਜ਼ ਵੈਲੋਸਿਟੀ ਹੈ ਓਮੇਗਾ ਬਾਈ ਕੇ ਦੇ ਵਿੱਚ ਇਹ ਕੇ ਬਾਈ 2m ਹੈ ਕੇ ਬਾਈ 2m ਪਲੱਸ ਸੀ ਕੇ ਇਹ ਦੋਵੇਂ ਆਪਸ ਦੇ ਵਿੱਚ ਕਾਫੀ ਸੰਬੰਧਿਤ ਹੈ ਇਹ k/2m ਹੈ ਉਹ k/m ਹੈ ਇੱਥੇ ਪਲੱਸ ck ਵੀ ਹੈ ਫੇਜ਼ ਵੈਲੋਸਿਟੀ ਦੇ ਵਿੱਚ ਗਰੁੱਪ ਵੈਲੋਸਿਟੀ ਕਣਾਂ ਜਾਂ ਸਿਗਨਲਾਂ ਦੀ ਕਲਾਸੀਕਲ ਗਤੀ ਨਾਲ ਨਜ਼ਦੀਕੀ ਤੌਰ ਤੇ ਸੰਬੰਧ ਰੱਖਦੀ ਹੈ ਤਾਂ ਇਹਨਾਂ ਦਾ ਆਪਸ ਵਿੱਚ ਬੜਾ ਨਜ਼ਦੀਕੀ ਸੰਬੰਧ ਹੈ ਓਮੇਗਾ ਬਾਈ ਕੇ ਦਾ ਤੇ k/m ਦਾ ਜੋ ਗਰੁੱਪ ਵੈਲੋਸਿਟੀ ਹੈ ਤਾਂ ਅਗਲਾ ਟੌਪਿਕ ਹੈ ਸਾਡਾ ਪੁੰਜਹੀਣ ਕਣ ਗਤੀ ਯਾਨੀ ਕਿ ਮਾਸਲੈਸ ਪਾਰਟੀਕਲ ਜੋ ਮਾਸਲੈਸ ਪਾਰਟੀਕਲ ਜਿਵੇਂ ਪ੍ਰਕਾਸ਼ ਹੁੰਦਾ ਜਿਹੜੇ ਫੋਟੋਨ ਨੇ ਉਹ ਵੀ ਮਾਸਲੈਸ ਹੁੰਦੇ ਨੇ ਪੁੰਜਹੀਣ ਜਿਨ੍ਹਾਂ ਦਾ ਮਾਸ 0 ਹੁੰਦਾ ਉਹਨਾਂ ਦੀ ਗਤੀ ਦੇ ਬਾਰੇ ਚੈਪਟਰ ਹੈ ਆਹ ਹੁਣ ਇੱਕ ਰਿਲੇਟਿਵਿਸਟਿਕ ਤਰੰਗ ਲਈਏ ਰਿਲੇਟਿਵਿਸਟਿਕ ਦਾ ਮਤਲਬ ਜੋ ਲਾਈਟ ਦੀ ਸਪੀਡ ਦੇ ਬਰਾਬਰ ਦੀ ਸਪੀਡ ਹੁੰਦੀ ਹੈ ਆਲਮੋਸਟ ਅਤੇ ਗਰੁੱਪ ਅਤੇ ਫੇਜ਼ ਵੈਲੋਸਿਟੀਆਂ ਦਾ ਹਿਸਾਬ ਲਗਾਈਏ ਇਸ ਦੇ ਲਈ ਸਾਨੂੰ એનર્ਜੀ ਅਤੇ ਮੋਮੈਂਟਮ ਦਰਮਿਆਨ ਰਿਲੇਸ਼ਨਸ ਤੋਂ ਸ਼ੁਰੂ ਕਰਨਾ ਪਏਗਾ ਅਸੀਂ ਪ੍ਰਕਾਸ਼ ਦੀ ਸਪੀਡ ਦੇ ਨੇੜੇ ਦੇ ਗਤੀਸ਼ੀਲ ਕਿਸੇ ਪੁੰਜ ਰੱਖਣ ਵਾਲੇ ਕਣ ਦੇ ਮੋਮੈਂਟਮ ਕੇ ਅਤੇ ਫ੍ਰੀਕੁਐਂਸੀ ਓਮੇਗਾ ਦੇ ਦਰਮਿਆਨ ਸੰਬੰਧਾਂ ਤੇ ਵਿਚਾਰ ਕਰਦੇ ਹਾਂ ਜੇ ਇਹ ਕਣ ਦੇ ਲਈ એનર્ਜੀ ਅਤੇ ਮੋਮੈਂਟਮ ਦਰਮਿਆਨ ਸਮੀਕਰਨ ਇਹ ਬਣਦੀ ਹੈ energy is equal to p square plus m square c raised to power 4 ਸਾਰੇ ਦਾ ਅੰਡਰ ਰੂਟ ਇਹ એનર્ਜੀ ਦੀ ਇਕੁਏਸ਼ਨ ਹੈ E is equal to p square ਮੋਮੈਂਟਮ ਹੈ ਮੋਮੈਂਟਮ ਦਾ ਸਕੁਅਰ ਪਲੱਸ m ਸਕੁਅਰ ਮਾਸ ਦਾ ਸਕੁਅਰ ਤੇ ਲਾਈਟ ਦੀ ਸਪੀਡ c raised to power 4 ਸਾਰੇ ਦਾ ਅੰਡਰ ਰੂਟ ਸਾਰੇ ਦਾ ਜੋ ਸਕੁਅਰ ਰੂਟ ਹੈ એનર્ਜੀ ਦੀ ਇਕੁਏਸ਼ਨ ਹੈ એનર્ਜੀ ਅਤੇ ਮੋਮੈਂਟਮ ਦਰਮਿਆਨ ਇਹ ਜੋ ਰਿਲੇਸ਼ਨ ਹੈ ਇਸ ਤਰੀਕੇ ਨਾਲ ਲਿਖਿਆ ਜਾਂਦਾ ਤੇ ਜਿੱਥੇ ਅਸੀਂ ਪ੍ਰਕਾਸ਼ ਦੀ ਸਪੀਡ c = 1 ਦੇ ਲਈ ਇੱਥੇ ਤੁਸੀਂ ਦੇਖਦੇ ਹਾਂ ਕਿ ਮੋਮੈਂਟਮ p ਅਗਰ ਮੋਮੈਂਟਮ p ਦੀ ਗੱਲ ਨਾ ਹੋਵੇ ਤਾਂ mc ਸਕੁਅਰ ਇਹ ਬਣ ਜਾਏਗਾ ਅੰਡਰ ਰੂਟ ਹੋ ਕੇ ਤਾਂ mc એનર્ਜੀ ਦੀ ਜੋ ਇਕੁਏਸ਼ਨ ਹੈ = mc ਸਕੁਅਰ ਤੇ ਉਸ ਦੀ ਗੱਲ ਹੋ ਰਹੀ ਹੈ ਇਸ ਦੇ ਵਿੱਚ ਇੱਕ ਮੋਮੈਂਟਮ ਦੀ ਰਕਮ ਹੈ ਵਾਧੂ ਤੇ ਇਹ ਓਰੀਜਨਲ ਇਕੁਏਸ਼ਨ ਹੈ એનર્ਜੀ ਦੇ ਲਈ ਜਿੱਥੇ ਅਸੀਂ ਪ੍ਰਕਾਸ਼ ਦੀ ਸਪੀਡ ਨੂੰ c = 1 ਸੈੱਟ ਕਰ ਸਕਦੇ ਹਾਂ ਤੇ ਇਕਾਈਆਂ ਮੰਨ ਕੇ ਅਸੀਂ ਇੰਚ ਸਰਲਤਾ ਦੇ ਨਾਲ ਇਸ ਨੂੰ ਵਰਤ ਸਕਦੇ ਹਾਂ c = 1 ਸੈੱਟ ਕੀਤਾ ਜਾ ਸਕਦਾ ਇਸ ਦੇ ਵਿੱਚ ਯੂਨਿਟਾਂ ਦਾ ਹੇਰ-ਫੇਰ ਕਰਕੇ એનર્ਜੀ = p ਸਕੁਅਰ ਪਲੱਸ m ਸਕੁਅਰ ਦਾ ਅੰਡਰ ਰੂਟ ਇਹ ਬਣ ਜਾਏਗੀ એનર્ਜੀ
ਇਸੇ ਤਰ੍ਹਾਂ ਪਲੈਂਕ ਦਾ ਜਿਹੜਾ ਘਟਾਇਆ ਹੋਇਆ ਸਥਿਰਾਂਕ ਐਚ ਬਾਰ, ਇਸ ਨੂੰ ਵੀ ਅਸੀਂ 1 ਮੰਨ ਕੇ ਫ੍ਰੀਕੁਐਂਸੀ ਓਮੇਗਾ ਨੂੰ એનર્ਜੀ ਦੇ ਬਰਾਬਰ ਮੰਨ ਸਕਦੇ ਹਾਂ, ਤੇ ਮੋਮੈਂਟਮ P = k ਰਹਿ ਸਕਦਾ ਇਕੱਲਾ, ਇੱਥੇ h ਅਗਰ 1 ਹੋਵੇ ਤਾਂ ਉਪਰੋਕਤ ਸਮੀਕਰਨ ਨੂੰ ਅਸੀਂ ਇੰਜ ਵੀ ਲਿਖ ਸਕਦੇ ਹਾਂ। ਇੱਥੇ એનર્ਜੀ ਦੀ ਜਗ੍ਹਾ ਅਸੀਂ ਓਮੇਗਾ ਲਿਖ ਸਕਦੇ ਹਾਂ, ਪੀ ਸਕੁਅਰ ਦੀ ਜਗ੍ਹਾ ਕੇ ਸਕੁਅਰ ਲਿਖ ਸਕਦੇ ਹਾਂ, ਕਿਉਂਕਿ ਪੀ ਹੈ ਜਿਹੜਾ ਅਸੀਂ ਇੱਥੇ ਦੇਖਿਆ ਕਿ P = HK ਹੁੰਦਾ, ਤੇ H ਇੱਥੇ 1 ਹੈ ਅਗਰ H ਬਾਰ, ਤਾਂ P = K ਹੋਏਗਾ, ਤਾਂ P ਸਕੁਅਰ ਦੀ ਜਗ੍ਹਾ K ਸਕੁਅਰ ਲਿਖ ਸਕਦੇ ਹਾਂ, M ਐਜ਼ ਇਟ ਇਜ਼ M ਸਕੁਅਰ ਲਿਖਿਆ ਜਾਂਦਾ, ਤਾਂ K ਸਕੁਅਰ ਪਲੱਸ M ਸਕੁਅਰ ਇਸ ਦਾ ਜਿਹੜਾ ਅੰਡਰ ਰੂਟ ਆ ਸਾਰੇ ਦਾ, ਇਹ ਓਮੇਗਾ ਬਣ ਜਾਂਦਾ, ਫ੍ਰੀਕੁਐਂਸੀ ਦੀ ਵੈਲਿਊ ਬਣ ਜਾਂਦਾ। ਜੇਕਰ ਅਜਿਹੇ ਰਿਲੇਟਿਵਿਸਟਿਕ ਸਾਪੇਖਿਕ ਕਣ ਦਾ ਪੁੰਜ M = 0 ਹੋਵੇ, ਇੱਥੇ ਅਗਰ M 0 ਸੈੱਟ ਕਰ ਦਈਏ ਤਾਂ ਓਮੇਗਾ K ਦੇ ਬਰਾਬਰ ਹੀ ਬਣ ਜਾਣਾ, ਤਾਂ ਇਹ ਸਿਰਫ K ਦੇ ਬਰਾਬਰ ਹੀ ਹੋ ਜਾਂਦੀ ਹੈ, ਕਿਉਂਕਿ M = ਅਗਰ 0 ਹੁੰਦਾ ਹੈ ਤਾਂ ਇਹ ਓਮੇਗਾ = K ਬਣ ਜਾਏਗਾ। ਤਾਂ ਫੇਜ਼ ਅਤੇ ਗਰੁੱਪ ਵੈਲੋਸਿਟੀ ਵਾਲੀਆਂ ਸਮੀਕਰਨਾਂ ਤੋਂ ਫਿਰ ਅਸੀਂ ਦੇਖ ਸਕਦੇ ਹਾਂ ਕਿ M = 0 ਦੇ ਵਾਸਤੇ ਜਿਹੜੀ ਫੇਜ਼ ਵੈਲੋਸਿਟੀ ਓਮੇਗਾ/K ਹੈ, ਤੇ ਦੋਨੋਂ ਅਗਰ ਬਰਾਬਰ ਨੇ ਤਾਂ ਇਹਦੀ ਵੈਲਿਊ 1 ਬਣ ਜਾਏਗੀ, ਤੇ ਗਰੁੱਪ ਵੈਲੋਸਿਟੀ ਹੈ ਜਿਹੜੀ ਇਹ dωk/dk ਇਹ ਵੀ 1 ਬਣ ਜਾਏਗੀ, ਕਿਉਂਕਿ ਓਮੇਗਾ K ਹੈ ਤੇ dk/dk ਵੀ 1 ਬਣੇਗਾ। ਯਾਨੀ ਕਿ K ਦੀ ਜੋ ਡੈਰੀਵੇਟਿਵ ਹੈ K ਦਾ, K ਦੇ ਸੰਦਰਭ ਦੇ ਵਿੱਚ 1 ਮਿੰਟ, ਤਾਂ ਗਰੁੱਪ ਫੇਜ਼ ਵੈਲੋਸਿਟੀ ਬਰਾਬਰ ਹੋ ਕੇ 1 ਦੇ ਬਰਾਬਰ ਆ ਜਾਂਦੀ ਹੈ। ਇੱਥੇ ਜਿਹੜੇ ਰਿਲੇਟਿਵਿਸਟਿਕ ਕਣ ਨੇ ਜਾਂ ਲਾਈਟ ਦੀ ਸਪੀਡ ਦੇ ਟਾਈਪ ਦੇ ਕਣ ਨੇ, ਜਿਹਨਾਂ ਦਾ ਮਾਸ ਹੈ ਜਿਹੜਾ ਉਹ 0 ਹੈ। ਤਾਂ ਇਸ ਤਰੀਕੇ ਨਾਲ ਅਸੀਂ ਦੇਖਿਆ ਕਿ ਪ੍ਰਕਾਸ਼ ਦੀ ਸਪੀਡ ਦੇ ਨਾਲ ਗਤੀ ਕਰਨ ਵਾਲੇ ਜਿਹੜੇ ਪੁੰਜਹੀਣ ਕਣ ਨੇ, ਮਾਸਲੈਸ ਪਾਰਟੀਕਲਸ, ਇਹਨਾਂ ਦੀ ਫੇਜ਼ ਤੇ ਗਰੁੱਪ ਵੈਲੋਸਿਟੀ ਇੱਕ ਬਰਾਬਰ ਹੀ ਰਹਿੰਦੀ ਹੈ। ਇਸ ਤੋਂ ਬਾਅਦ ਪੁੰਜਯੁਕਤ ਕਣ, ਯਾਨੀ ਕਿ ਜਿਹੜੇ ਪਾਰਟੀਕਲਾਂ ਦਾ ਮਾਸ ਹੁੰਦਾ, ਉਹ ਵਾਲੇ ਪਾਰਟੀਕਲਾਂ ਦੀ ਜਿਹੜੀ ਗਤੀ ਹੈ, ਪੁੰਜਯੁਕਤ ਕਣ ਦੀ ਗਤੀ। ਹੁਣ ਅਸੀਂ ਪੁੰਜਯੁਕਤ ਕਣ ਯਾਨੀ ਕਿ M ≠ 0 ਵਾਲੇ ਫੇਜ਼ ਅਤੇ ਗਰੁੱਪ ਵੈਲੋਸਿਟੀਆਂ ਪਤਾ ਕਰਦੇ ਹਾਂ। M ≠ 0 ਵਾਲੇ ਕਣਾਂ ਵਾਸਤੇ ਤੇ ਫੇਜ਼ ਵੈਲੋਸਿਟੀ ω/K ਹੁੰਦੀ ਹੈ, ਤੇ ਫੇਜ਼ ਵੈਲੋਸਿਟੀ √K² + M² / K ਹੁੰਦੀ ਹੈ। ਅਸੀਂ ਇਸ ਤੋਂ ਬਾਅਦ ਫੇਜ਼ ਵੈਲੋਸਿਟੀ ਜਿਹੜੀ K² + M² / K² ਦਾ ਅੰਡਰ ਰੂਟ, ਇਸ ਨੂੰ ਇਸ ਤਰੀਕੇ ਨਾਲ ਲਿਖ ਸਕਦੇ ਹਾਂ। ਇਸ ਦੇ ਵਿੱਚ ਅੰਡਰ ਰੂਟ ਦੇ ਵਿੱਚ ਜਿਹੜਾ ਇੱਥੇ K ਸੀਗਾ, ਇਸ ਨੂੰ ਵੀ ਸਕੁਅਰ ਕਰ ਦਿੱਤਾ ਗਿਆ, ਤੇ ਇੱਥੇ ਅੰਡਰ ਰੂਟ ਸਾਰੇ ਨੂੰ ਲਗਾ ਦਿੱਤਾ ਗਿਆ ਇਸ ਨੂੰ, ਕਿਉਂਕਿ ਪਹਿਲਾਂ ਨੀਚੇ ਸਿਰਫ ਉੱਪਰ ਵਾਲੀ ਰਕਮ ਹੈ ਜੋ K² + M², ਇਸੇ ਦਾ ਅੰਡਰ ਰੂਟ ਸੀ। ਹੁਣ ਉੱਥੇ K ਨੀਚੇ ਜੋ ਹੈ, ਇਸ ਨੂੰ ਸਕੁਅਰ ਕਰਕੇ ਇਸ ਦਾ ਅੰਡਰ ਰੂਟ ਕਰ ਦਿੱਤਾ ਗਿਆ, ਕਰ ਸਕਦੇ ਹਾਂ ਇੱਦਾਂ ਆਪਾਂ। ਤੇ ਫੇਜ਼ ਵੈਲੋਸਿਟੀ ਫਿਰ ਇੱਥੇ ਅਸੀਂ ਤੁਹਾਨੂੰ ਪਤਾ ਲੱਗਦਾ ਕਿ K² / M² / K², ਯਾਨੀ ਕਿ ਇਹ ਜਿਹੜੀ ਟਰਮ ਹੈ ਇਹ ਹਮੇਸ਼ਾ 1 ਤੋਂ ਜ਼ਿਆਦਾ ਹੋਏਗੀ। ਤਾਂ ਫੇਜ਼ ਵੈਲੋਸਿਟੀ 1 ਤੋਂ ਜ਼ਿਆਦਾ ਹੋਣ ਦਾ ਮਤਲਬ ਹੈ, ਕਿਉਂਕਿ ਇੱਕ ਸਾਡੀ ਲਾਈਟ ਦੀ ਸਪੀਡ ਇੱਥੇ 1 ਸੈੱਟ ਕੀਤੀ ਹੈ, ਤਾਂ ਇਹ ਲਾਈਟ ਦੀ ਸਪੀਡ ਤੋਂ ਵੀ ਤੇਜ਼ ਸਪੀਡ ਬਣਦੀ ਹੈ। ਅਸੀਂ ਦੇਖ ਸਕਦੇ ਹਾਂ ਕਿ ਇਹ ਮਾਤਰਾ ਜਿਹੜੀ 1 ਤੋਂ ਹਮੇਸ਼ਾ ਵੱਡੀ ਹੁੰਦੀ ਹੈ, ਯਾਨੀ ਕਿ ਇਸ ਦੀ ਸਪੀਡ ਪ੍ਰਕਾਸ਼ ਦੀ ਸਪੀਡ ਤੋਂ ਵੀ ਜ਼ਿਆਦਾ ਹੁੰਦੀ ਹੈ। ਤਾਂ ਫੇਜ਼ ਵੈਲੋਸਿਟੀ ਇਜ਼ ਗ੍ਰੇਟਰ ਦੈਨ 1। ਹੁਣ ਗਰੁੱਪ ਵੈਲੋਸਿਟੀ ਦੇ ਲਈ ਅਸੀਂ ਦੂਜੀ ਸਮੀਕਰਨ ਲੈਂਦੇ ਹਾਂ। ਗਰੁੱਪ ਵੈਲੋਸਿਟੀ ਇਜ਼ ਇਕੁਅਲ ਟੂ dωk/dk, K² + M² ਦਾ ਅੰਡਰ ਰੂਟ ਹੈ ਜੋ, ਇਹ ਸਾਡੀ ਗਰੁੱਪ ਵੈਲੋਸਿਟੀ ਦੀ ਇਕੁਏਸ਼ਨ ਹੈ, ਜੋ ਇਸ ਦਾ dk ਦੇ ਓਮੇਗਾ ਇਹ K² + M², ਤੇ ਅਸੀਂ ਪਹਿਲਾਂ ਸਾਬਿਤ ਕੀਤਾ ਕਿ એનર્ਜੀ ਦੇ ਬਰਾਬਰ ਹੈ ਇਹ। ਇੱਥੇ ਮੋਮੈਂਟਮ ਤੋਂ ਲਿਆ, ਤੇ ਇੱਥੇ C ਦੀ ਵੈਲਿਊ 1 ਸੈੱਟ ਕਰ ਦਿੱਤੀ ਗਈ ਹੈ। K ਦੇ ਵਿੱਚ H ਦੀ ਜਿਹੜੀ K ਦੇ ਨਾਲ H ਦੀ ਵੈਲਿਊ ਵੀ ਮੋਮੈਂਟਮ ਸਕੁਅਰ ਸੀਗਾ, ਤੇ ਇਸ ਦੀ ਡਿਫਰੈਂਸ਼ੀਏਸ਼ਨ ਅਸੀਂ ਲਵਾਂਗੇ K² + M² ਹੋਲ ਅੰਡਰ ਰੂਟ ਦੀ।
ਇੱਥੇ ਸਭ ਤੋਂ ਪਹਿਲਾਂ ਤਾਂ ਇਹਦੀ ਡਿਫਰੈਂਸ਼ੀਏਸ਼ਨ ਵਿੱਚ ਕੇ ਸਕੁਏਅਰ ਪਲੱਸ ਐਮ ਸਕੁਏਅਰ ਦੀ ਜਿਹੜੀ ਪਾਵਰ ਹੈ ਉਹ 1/2 ਹੈ। 1/2 ਅੱਗੇ ਆ ਜਾਏਗੀ, ਇੱਥੇ 1/2 ਇਹ ਅੱਗੇ ਆ ਗਈ ਹੈ ਅਤੇ ਇੱਥੇ ਜੋ ਬਾਕੀ ਹੈ ਉਸਦੀ -1 1/2 ਬਣ ਜਾਏਗੀ। ਯਾਨੀ ਕਿ 1/2 ਦੇ ਵਿੱਚੋਂ -1 ਕੱਢਾਂਗੇ ਤਾਂ -1/2 ਜੋ ਪਾਵਰ ਹੈ ਉਹ ਮਾਈਨਸ, ਇਸਦਾ ਮਤਲਬ ਹੈ ਕਿ ਡਿਨੋਮੀਨੇਟਰ ਦੇ ਵਿੱਚ ਇਸਦੀ ਵੈਲਿਊ ਅੰਡਰ ਰੂਟ ਰਹੇਗੀ ਕੇ ਸਕੁਏਅਰ ਪਲੱਸ ਐਮ ਸਕੁਏਅਰ ਦੀ। ਅਤੇ ਹੁਣ ਅਸੀਂ ਕੇ ਸਕੁਏਅਰ ਦਾ ਫਿਰ ਮਲਟੀਪਲ ਅੱਗੇ ਡੈਰੀਵੇਟਿਵ ਕਰਾਂਗੇ ਤਾਂ ਉਹ 2k ਬਣ ਜਾਏਗਾ। ਤਾਂ 2k ਡਿਵਾਈਡ ਬਾਈ 2 ਅੰਡਰ ਰੂਟ ਕੇ ਸਕੁਏਅਰ ਪਲੱਸ ਐਮ ਸਕੁਏਅਰ। ਇੱਥੇ 2 ਕੈਂਸਲ ਹੋ ਜਾਏਗਾ ਅਤੇ ਸਿਰਫ ਰਹਿ ਜਾਂਦਾ ਹੈ ਕੇ ਬਾਈ ਕੇ ਸਕੁਏਅਰ ਪਲੱਸ ਐਮ ਸਕੁਏਅਰ। ਇਸ ਦੇ ਵਿੱਚ ਕੇ ਨੂੰ ਅਸੀਂ ਸਕੁਏਅਰ ਕਰਕੇ ਲਿਖ ਸਕਦੇ ਹਾਂ, ਕੇ ਸਕੁਏਅਰ ਬਾਈ ਪਲੱਸ ਐਮ ਸਕੁਏਅਰ। ਇਸਦੇ ਅੰਦਰ ਲਿਖ ਕੇ ਉੱਪਰ ਸਾਰੇ ਦਾ ਅੰਡਰ ਰੂਟ ਕਰ ਸਕਦੇ ਹਾਂ। ਇੱਥੇ ਅੰਡਰ ਰੂਟ ਜਦੋਂ ਕੇ ਸਕੁਏਅਰ ਦਾ ਹੋਏਗਾ ਤਾਂ ਇਹ ਆਪਣੇ ਆਪ ਕੇ ਬਣ ਜਾਏਗਾ, ਅਤੇ ਇੱਥੇ ਨੀਚੇ ਵਾਲੀ ਰਕਮ ਦੇ ਉੱਤੇ ਅੰਡਰ ਰੂਟ ਰਹਿ ਜਾਏਗਾ ਆਪਣੇ ਆਪੇ। ਤਾਂ ਕੇ ਸਕੁਏਅਰ ਬਾਈ ਕੇ ਸਕੁਏਅਰ ਪਲੱਸ ਐਮ ਸਕੁਏਅਰ ਇਹ ਬਣ ਜਾਏਗੀ ਸਾਡੀ ਗਰੁੱਪ ਵੈਲੋਸਿਟੀ। ਇੱਥੇ ਦੇਖ ਸਕਦੇ ਹਾਂ ਕਿ ਅਸੀਂ ਇਹ ਵਾਲੀ ਜਿਹੜੀ ਰਕਮ ਹੈ ਕੇ ਸਕੁਏਅਰ ਬਾਈ ਕੇ ਸਕੁਏਅਰ ਪਲੱਸ ਐਮ ਸਕੁਏਅਰ ਹੈ, ਹਮੇਸ਼ਾ ਇਹ 1 ਤੋਂ ਘੱਟ ਹੋਏਗੀ, ਕਿਉਂਕਿ 1 ਦੇ ਅਗਰ ਇਸ ਨੂੰ ਦੇਖੀਏ ਧਿਆਨ ਨਾਲ ਤਾਂ ਇੱਥੇ ਜੋ ਵੀ ਉੱਤੇ ਹੈ ਉਸਦੇ ਨੀਚੇ ਉਸ ਤੋਂ ਐਮ ਸਕੁਏਅਰ ਹੈ, ਇਹ ਵੀ ਪੋਜ਼ੀਟਿਵ ਹੋਏਗਾ ਹਮੇਸ਼ਾ। ਅਤੇ ਕਿ ਕੋਈ ਪੋਜ਼ੀਟਿਵ ਰਕਮ ਕਿਸੇ ਚੀਜ਼ ਦੇ ਵਿੱਚ ਜੁੜਦੀ ਹੈ ਅਤੇ ਉਹ ਉਸੇ ਤੋਂ ਲੈਸ ਹੁੰਦੀ ਹੈ ਤਾਂ ਉਹ 1 ਤੋਂ ਲੈਸ ਵੈਲਿਊ ਬਣੇਗੀ ਹਮੇਸ਼ਾ। ਤਾਂ ਗਰੁੱਪ ਵੈਲੋਸਿਟੀ ਹਮੇਸ਼ਾ 1 ਤੋਂ ਘੱਟ ਹੁੰਦੀ ਹੈ, ਜਿਸ ਦਾ ਮਤਲਬ ਹੈ ਕਿ ਉਸਦੀ ਜਿਹੜੀ ਵੈਲੋਸਿਟੀ ਹੈ, ਸਪੀਡ ਹੈ ਜੋ ਉਹ ਲਾਈਟ ਦੀ ਸਪੀਡ ਤੋਂ ਹਮੇਸ਼ਾ ਘੱਟ ਰਹਿੰਦੀ ਹੈ। ਫੇਜ਼ ਵੈਲੋਸਿਟੀ ਲਾਈਟ ਸਪੀਡ ਤੋਂ ਵੀ ਜ਼ਿਆਦਾ ਹੋ ਸਕਦੀ ਹੈ। ਇਸ ਤਰੀਕੇ ਨਾਲ ਅਸੀਂ ਦੇਖ ਸਕਦੇ ਹਾਂ ਕਿ ਅਜਿਹਾ ਕਣ ਹਮੇਸ਼ਾ ਪ੍ਰਕਾਸ਼ ਦੀ ਸਪੀਡ ਤੋਂ ਘੱਟ ਗਤੀ ਦੇ ਨਾਲ ਗਰੁੱਪ ਗਤੀ ਕਰਦਾ ਹੈ। ਅਸੀਂ ਇਹ ਤੱਥ ਵੀ ਦੇਖ ਸਕਦੇ ਹਾਂ ਕਿ ਫੇਜ਼ ਅਤੇ ਗਰੁੱਪ ਵੈਲੋਸਿਟੀਆਂ ਦਾ ਗੁਣਨਫਲ ਹਮੇਸ਼ਾ ਇੱਕ ਰਹਿੰਦਾ, ਇੱਕ ਦੂਜੇ ਤੋਂ ਉਲਟ ਨੇ ਇਹ। ਤਾਂ ਇਹਨਾਂ ਦਾ ਜਿਹੜਾ ਮਲਟੀਪਲੀਕੇਸ਼ਨ ਹੈ ਉਹ ਇੱਕ ਬਣੇਗੀ। ਤਾਂ ਇੱਥੇ ਅਸੀਂ ਮਲਟੀਪਲਾਈ ਕਰਕੇ ਵੀ ਦੇਖਦੇ ਹਾਂ, ਕੇ ਸਕੁਏਅਰ ਪਲੱਸ ਐਮ ਸਕੁਏਅਰ ਡਿਵਾਈਡ ਬਾਈ ਕੇ ਸਕੁਏਅਰ ਦਾ ਹੋਲ ਦਾ ਅੰਡਰ ਰੂਟ ਅਤੇ ਕੇ ਸਕੁਏਅਰ ਡਿਵਾਈਡਡ ਬਾਏ ਕੇ ਸਕੁਏਅਰ ਪਲੱਸ ਐਮ ਸਕੁਏਅਰ ਸਾਰੇ ਦਾ ਅੰਡਰ ਰੂਟ ਹੈ। ਆਪਸ 'ਚ ਆਪੋਜ਼ਿਟ ਟਰਮਾਂ ਨੇ ਅਤੇ ਇਹਨਾਂ ਦਾ ਮਲਟੀਪਲੀਕੇਸ਼ਨ ਇੱਕ ਆ ਜਾਏਗਾ ਇੱਥੇ। ਤਾਂ ਅਗਲਾ ਟੌਪਿਕ ਹੈ ਸਾਡਾ ਮੋਮੈਂਟਮ ਕੰਜ਼ਰਵੇਸ਼ਨ। ਮੋਮੈਂਟਮ ਕੰਜ਼ਰਵੇਸ਼ਨ ਵੀ ਐਨਰਜੀ ਕੰਜ਼ਰਵੇਸ਼ਨ ਦੇ ਨਾਲ ਕਾਫੀ ਰਲਦੇ ਮਿਲਦੇ ਤਰੀਕੇ ਨਾਲ ਹੀ ਕੰਮ ਕਰਦੀ ਹੈ। ਤਾਂ ਮੋਮੈਂਟਮ ਸੁਰੱਖਿਅਤਾ ਜਾਂ ਐਨਰਜੀ ਸੁਰੱਖਿਅਤਾ ਦੀ ਗੱਲ ਹੋ ਰਹੀ ਹੈ ਇੱਥੇ, ਕਿ ਮੋਮੈਂਟਮ ਸੁਰੱਖਿਅਤਾ ਵੀ ਐਨਰਜੀ ਸੁਰੱਖਿਅਤਾ ਦੇ ਨਾਲ ਕਾਫੀ ਰਲਦੇ ਮਿਲਦੇ ਤਰੀਕੇ ਨਾਲ ਹੀ ਕੰਮ ਕਰਦੀ ਹੈ। ਜਿਵੇਂ ਅਸੀਂ ਪਹਿਲਾਂ ਪੜ੍ਹਿਆ ਕਿ ਸਾਈ ਅਤੇ ਸਾਈ ਡੈਗਰ ਫੀਲਡ ਆਪਰੇਟਰਾਂ ਦਾ ਜਿਹੜਾ ਗੁੱਛਾ ਹੈ, ਇਹ ਕਿਵੇਂ ਵੱਖਰੀਆਂ ਮੋਮੈਂਟਮ ਅਵਸਥਾਵਾਂ ਦੇ ਉੱਤੇ ਖੱਬੇ ਅਤੇ ਸੱਜੇ ਪਾਸੇ ਵੱਲ ਕਿਰਿਆ ਕਰਦਾ ਹੈ। ਹਾਂ, ਇੱਥੇ ਮੋਮੈਂਟਮ ਅਵਸਥਾ ਬਰਾ ਅਵਸਥਾ ਦੇ ਵਿੱਚ ਲਿਖੀ ਗਈ ਹੈ। ਸਾਈ ਡੈਗਰ ਇਸ ਦੇ ਵਿੱਚ ਸੈਂਡਵਿਚ ਕੀਤਾ ਗਿਆ। ਸਾਈ ਡੈਗਰ ਸਾਈ ਡੈਗਰ ਖੱਬੇ ਪਾਸੇ ਲਿਖਿਆ ਜਾਂਦਾ, ਸੱਜੇ ਪਾਸੇ ਸਾਈ ਲਿਖਿਆ ਜਾਂਦਾ, ਅਤੇ ਮੋਮੈਂਟਮ ਦੀ ਸ਼ੁਰੂਆਤੀ ਅਵਸਥਾ ਇੱਧਰ ਰਾਈਟ ਸਾਈਡ ਕੱਟ ਅਵਸਥਾ ਲਿਖੀ ਜਾਂਦੀ ਹੈ। ਤਾਂ ਇਸ ਤਰੀਕੇ ਨਾਲ ਇਹ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾਂਦਾ। ਅਤੇ ਇਸ ਨੂੰ ਅਸੀਂ ਚਿੰਨ੍ਹਾਂ ਦੇ ਵਿੱਚ ਇਸ ਤਰ੍ਹਾਂ ਲਿਖ ਸਕਦੇ ਹਾਂ ਕਿ ਅੰਤਮ ਦੀ ਬਰਾ ਵੈਕਟਰ ਹੈ ਜਿਹੜਾ ਇਹ ਲੈਫਟ ਸਾਈਡ ਆ, ਅਤੇ ਇਸ ਤੋਂ ਬਾਅਦ ਸਾਈ ਡੈਗਰ ਅਤੇ ਸਾਈ ਰਾਈਟ ਸਾਈਡ ਨੇ, ਅਤੇ ਕੇ ਇਨੀਸ਼ੀਅਲ ਰਾਈਟ ਸਾਈਡ ਕੈਟ ਵੈਕਟਰ ਦੇ ਰੂਪ ਦੇ ਵਿੱਚ ਹੈ ਜਿਹੜੀ ਅਵਸਥਾ ਵੈਕਟਰ ਹੈ ਇਸਦਾ ਸਟੇਟ ਵੈਕਟਰ। ਅਸੀਂ ਇਸ ਪ੍ਰਕਿਰਿਆ ਨੂੰ ਸਾਰੇ ਸੰਭਵ ਵਕਤਾਂ ਦੇ ਉੱਪਰ ਇੰਟੀਗ੍ਰੇਟ ਕਰਦੇ ਹਾਂ। ਤਾਂ ਇਸ ਨੂੰ ਇੰਟੀਗ੍ਰੇਸ਼ਨ ਆਫ ਸਾਈ ਡੈਗਰ ਸਾਈ dt ਵੀ ਲਿਖਿਆ ਜਾਂਦਾ ਇੱਥੇ ਨਾਲ, ਅਤੇ ਤਾਂ ਜੋ ਸਾਰੇ ਟਾਈਮ ਦੇ ਵਿੱਚ ਇਹ ਸਾਰੀ ਪ੍ਰਕਿਰਿਆ ਹੋ ਸਕੇ। ਅਤੇ ਕੇ ਅੰਤਿਮ ਅਤੇ ਕੇ ਸ਼ੁਰੂਆਤੀ ਇਸ ਤਰੀਕੇ ਨਾਲ ਆਲੇ ਦੁਆਲੇ ਬਰਾ ਅਤੇ ਕੈਟ ਵੈਕਟਰ ਦੇ ਰੂਪ ਦੇ ਵਿੱਚ ਲਿਖੇ ਜਾਂਦੇ ਨੇ। ਤਾਂ ਜਿਵੇਂ ਅਸੀਂ ਪਿਛਲੇ ਭਾਗਾਂ ਦੇ ਵਿੱਚ ਪੜ੍ਹਿਆ ਕਿ ਸਾਡੇ ਕੋਲ ਅੰਤ ਵਿੱਚ ਇਹ ਰਕਮਾਂ ਬਚ ਜਾਂਦੀਆਂ। ਡਿਰਾਕ ਡੈਲਟਾ ਫੰਕਸ਼ਨ ਬਚਦਾ ਸਾਡੇ ਕੋਲ ਡੈਲਟਾ ਓਮੇਗਾ ਅੰਤਿਮ ਅਤੇ ਮਾਈਨਸ ਓਮੇਗਾ ਸ਼ੁਰੂਆਤੀ, ਯਾਨੀ ਕਿ ਫਰੀਕੁਐਂਸੀ ਦਾ ਹੀ ਡਿਫਰੈਂਸ ਸਾਡੇ ਕੋਲ ਬਚਦਾ। ਉਹਦਾ ਡਿਰਾਕ ਡੈਲਟਾ ਫੰਕਸ਼ਨ ਬਚਦਾ ਕਿ ਦੋਨੋਂ ਬਰਾਬਰ ਹੋਣੀਆਂ ਚਾਹੀਦੀਆਂ ਫਰੀਕੁਐਂਸੀਆਂ, ਜਿਸ ਦਾ ਅਰਥ ਹੈ ਕਿ ਜਦੋਂ ਤੱਕ ਅੰਦਰ ਆਉਂਦੀਆਂ ਊਰਜਾਵਾਂ ਦਾ ਜੋੜ, ਇੱਥੇ ਫਰੀਕੁਐਂਸੀਆਂ ਨੂੰ ਇੱਥੇ ਊਰਜਾਵਾਂ ਹੀ ਲਿਖਿਆ ਗਿਆ ਕਿਉਂਕਿ ਉਹ ਡਾਇਰੈਕਟ ਊਰਜਾ ਨਾਲ ਸੰਬੰਧਿਤ ਹੈ, ਅਤੇ ਐਚ ਦੀ ਵੈਲਿਊ 1 ਹੈ। ਤਾਂ ਜਦੋਂ ਤੱਕ ਅੰਦਰ ਆਉਂਦੀਆਂ ਊਰਜਾਵਾਂ ਦਾ ਜੋੜ ਬਾਹਰ ਨਿਕਲਦੀਆਂ ਊਰਜਾਵਾਂ ਦੇ ਬਰਾਬਰ ਨਹੀਂ ਹੁੰਦਾ, ਨਤੀਜਾ ਨਹੀਂ ਮਿਲਦਾ। ਯਾਨੀ ਕਿ
ओमेगा अंतम ते ओमेगा शुरुआती बराबर रहने चाहिए हैं, तां ही इसकी वैल्यू 1 होएगी। अदरवाइज ये कोई नतीजा नहीं देगा सारा फंक्शन। ਇਹ ਇੰਝ ਕਹਿਣ ਦੇ ਵਾਂਗ ਵੀ ਹੈ ਕਿ ਇਹ ਪ੍ਰਕਿਰਿਆ ਕਿਸੇ ਵੀ ਵਕਤ ਬਰਾਬਰ ਪ੍ਰੋਬੇਬਿਲਿਟੀ ਦੇ ਨਾਲ ਵਾਪਰ ਸਕਦੀ ਹੈ, ਕਿਉਂਕਿ ਇਸ ਦੇ ਵਿੱਚ ਟਾਈਮ ਦਾ ਕੋਈ ਫੈਕਟਰ ਰਹਿ ਨਹੀਂ ਜਾਂਦਾ। ਹੁਣ ਮੋਮੈਂਟਮ ਕੰਜ਼ਰਵੇਸ਼ਨ ਦੇ ਬਾਰੇ ਕੀ ਖਿਆਲ ਹੈ? ਮੋਮੈਂਟਮ ਕੰਜ਼ਰਵੇਸ਼ਨ ਉੱਪਰ ਦਰਸਾਈ ਊਰਜਾ ਕੰਜ਼ਰਵੇਸ਼ਨ ਤੋਂ ਇੰਨੀ ਕੁ ਗੱਲ ਵਿੱਚ ਵੱਖਰੀ ਹੁੰਦੀ ਹੈ ਕਿ ਜੇ ਕੋਈ ਪ੍ਰਕਿਰਿਆ ਜੇਕਰ ਵਕਤ ਦੇ ਵਿੱਚ ਕਿਸੇ ਵੀ ਸਮੇਂ ਵਾਪਰਨ ਦੇ ਵਾਂਗ ਸਪੇਸ ਵਿੱਚ ਕਿਸੇ ਵੀ ਪੋਜੀਸ਼ਨ ਉੱਤੇ ਵਾਪਰੇ ਤਾਂ ਮੋਮੈਂਟਮ ਸੁਰੱਖਿਅਤਾ ਕਾਇਮ ਰਹਿੰਦੀ ਹੈ। ਆਓ ਇੱਕ ਸਰਲ ਉਦਾਹਰਨ ਤੇ ਗੱਲ ਕਰਦੇ ਹਾਂ। ਡਿਰਾਕ ਡੈਲਟਾ ਫੰਕਸ਼ਨ ਆਫ ਓਮੇਗਾ ਅੰਤਿਮ ਮਾਈਨਸ ਓਮੇਗਾ ਸ਼ੁਰੂਆਤੀ। ਇਸ ਪ੍ਰਕਿਰਿਆ ਦੇ ਵਿੱਚ ਕੋਈ ਕਣ ਮੋਮੈਂਟਮ K1 ਦੇ ਨਾਲ ਅੰਦਰ ਆਉਂਦਾ ਤੇ ਮੋਮੈਂਟਮ K2 ਅਤੇ K3 ਵਾਲੇ ਦੋ ਕਣਾਂ ਦੇ ਵਿੱਚ ਟੁੱਟ ਜਾਂਦਾ ਹੈ, ਤਾਂ ਦੋ ਕਣਾਂ ਦੇ ਨਾਲ ਬਾਹਰ ਨਿਕਲਦਾ ਤੇ ਕੁਦਰਤ ਅੰਦਰ ਇਹ ਘਟਨਾ ਕਣਾਂ ਦੇ ਡਿਕੇ ਹੋਣ ਨੂੰ ਕਹਿੰਦੇ ਹਨ, ਜਿਸ ਨੂੰ ਪੰਜਾਬੀ 'ਚ ਅਸੀਂ ਕਣਾਂ ਦਾ ਵਿਕਿਰਿਤ ਹੋਣਾ ਕਹਿੰਦੇ ਹਾਂ। ਜਿੱਥੇ ਕਿਸੇ ਮੋਮੈਂਟਮ ਵਾਲਾ ਕੋਈ ਕਣ ਦੋ ਹੋਰ ਤਰ੍ਹਾਂ ਦੇ ਮੋਮੈਂਟਮ ਵਾਲੇ ਦੋ ਕਣਾਂ ਦੇ ਵਿੱਚ ਵੰਡਿਆ ਜਾਂਦਾ ਤੇ ਇਸ ਨੂੰ ਅਸੀਂ ਅਵਸਥਾ ਵੈਕਟਰ ਵਾਲੇ ਚਿੰਨ੍ਹਾਂ ਦੇ ਵਿੱਚ ਇੰਝ ਲਿਖਾਂਗੇ। ਇਸ ਨੂੰ ਇਸ ਤਰੀਕੇ ਨਾਲ ਲਿਖਿਆ ਜਾਂਦਾ K2 ਤੇ K3 ਬਰਾ ਵੈਕਟਰ ਦੇ ਰੂਪ ਦੇ ਵਿੱਚ ਲੈਫਟ ਸਾਈਡ ਲਿਖਿਆ ਜਾਂਦਾ ਤੇ ਰਾਈਟ ਸਾਈਡ ਇੱਕ ਐਟ ਵੈਕਟਰ K1 ਮੋਮੈਂਟਮ ਅਵਸਥਾ ਲਿਖੀ ਜਾਂਦੀ ਹੈ ਤੇ ਵਿੱਚ ਇੱਥੇ ਆਪਰੇਟਰ ਲਿਖੇ ਜਾਂਦੇ ਨੇ। ਸਾਈਡ ਡੈਗਰ ਆਫ x ਸਾਈਡ ਡੈਗਰ ਆਫ x ਦੋ ਵਾਰ ਲਿਖਿਆ ਜਾਂਦਾ ਕਿਉਂਕਿ ਦੋ ਕਣ ਬਣਨੇ ਨੇ ਤੇ ਇੱਥੇ ਇਹ ਪੋਜੀਸ਼ਨ x ਦੇ ਉੱਤੇ ਹੀ ਬਣਨੇ ਨੇ। ਇਸ ਇੱਕ x ਦੇ ਉੱਤੇ ਹੀ ਪਹਿਲਾਂ ਇਹ K1 ਵਾਲਾ ਜਿਹੜਾ ਪਾਰਟੀਕਲ ਹੈ ਇਹ ਨਸ਼ਟ ਹੋਣਾ ਚਾਹੀਦਾ। ਇਹ ਸਾਈ ਆਪਰੇਟਰ ਹੈ ਜਿਹੜਾ ਸਾਈ ਆਫ x ਇਸ ਨੂੰ ਨਸ਼ਟ ਕਰੇਗਾ, ਸਾਈ ਡੈਗਰ ਉਸ ਨੂੰ ਰਚੇਗਾ ਤੇ ਦੂਜਾ ਸਾਈ ਡੈਗਰ ਦੂਜਾ ਕਣ ਰਚੇਗਾ, ਇੱਕ K2 ਵਾਲਾ ਇੱਕ K3 ਵਾਲਾ ਤੇ ਪੋਜੀਸ਼ਨ x ਦੇ ਉੱਤੇ ਹੀ ਇਹ ਸਾਰਾ ਆਪਰੇਸ਼ਨ ਅੰਜਾਮ ਹੋਣਾ। ਜੇਕਰ ਅਸੀਂ ਇਸ ਨੂੰ ਸਪੇਸ ਦੇ ਵਿੱਚ ਕਿਸੇ ਵੀ ਸਥਾਨ ਉੱਤੇ ਵਾਪਰਦਾ ਦਰਸਾਉਣਾ ਹੋਵੇ ਤਾਂ ਅਸੀਂ ਇਸ ਨੂੰ ਸਾਰੀ ਸਪੇਸ ਦੇ ਉੱਪਰ ਇੰਟੀਗ੍ਰੇਟ ਕਰਾਂਗੇ। ਤਾਂ ਸਾਰੀ ਸਪੇਸ ਦੇ ਉੱਪਰ ਅਸੀਂ dx ਲਿਖ ਕੇ ਇੰਟੀਗ੍ਰੇਟ ਕਰ ਸਕਦੇ ਹਾਂ। ਇਸ ਨੂੰ ਇੰਟੀਗਰਲ ਆਫ ਸਾਈ ਡੈਗਰ ਆਫ x ਸਾਈ ਡੈਗਰ ਆਫ x ਸਾਈ x dx। ਤਾਂ ਸਾਰੀ ਸਪੇਸ ਦੇ ਉੱਤੇ ਸਾਨੂੰ ਪਹਿਲਾਂ ਅਸੀਂ ਸਾਰੇ ਟਾਈਮ ਦੇ ਉੱਤੇ ਇੰਟੀਗ੍ਰੇਟ ਕਰਦੇ ਸੀ, ਇੱਥੇ ਸਾਰੀ ਸਪੇਸ ਦੇ ਉੱਤੇ ਇੰਟੀਗ੍ਰੇਟ ਕਰਾਂਗੇ ਤੇ ਰਾਈਟ ਸਾਈਡ K1 ਇਨੀਸ਼ੀਅਲ ਪਾਰਟੀਕਲ ਦਾ ਮੋਮੈਂਟਮ ਹੈ, ਦੂਜਾ ਜੋ ਬਾਹਰ ਨਿਕਲਣ ਵਾਲੇ ਮੋਮੈਂਟਮ K2 ਤੇ K3 ਵਾਲੇ ਪਾਰਟੀਕਲ ਨੇ ਉਹ ਲੈਫਟ ਸਾਈਡ ਲਿਖੇ ਜਾਂਦੇ ਨੇ ਬਰਾ ਵੈਕਟਰ ਦੇ ਰੂਪ ਦੇ ਵਿੱਚ। ਇਸ ਵਾਰ ਸਾਡੇ ਕੋਲ ਮੋਮੈਂਟਮ ਸੁਰੱਖਿਅਤਾ ਦੇ ਲਈ ਇਹ ਬਚ ਜਾਂਦਾ ਹੈ ਡਿਰਾਕ ਡੈਲਟਾ ਫੰਕਸ਼ਨ ਆਫ K2 plus K3 minus K1 ਕਿਉਂਕਿ ਅੰਤਿਮ ਓਮੇਗਾ ਅੰਤਿਮ ਹੈ ਜੋ ਇੱਥੇ K2 plus K3 ਹੈ ਤੇ ਸ਼ੁਰੂਆਤੀ K1 ਇੱਥੇ ਪਿੱਛੇ ਰਹਿ ਜਾਂਦਾ। ਤਾਂ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਇਹ ਯਾਨੀ ਕਿ ਜਿਹੜਾ ਇਹ ਦੋਨੋਂ ਮੋਮੈਂਟਮ ਨੇ ਜੁੜ ਕੇ ਜਾਂ ਦੋਨੋਂ ਦੀ એનર્ਜੀ ਜਿਹੜੀ ਜੁੜ ਕੇ ਇਸ ਦੇ ਬਰਾਬਰ ਹੋਣੀ ਚਾਹੀਦੀ ਹੈ, ਤਾਂ ਹੀ ਇਹ ਇਸ ਦਾ ਜਿਹੜਾ ਫੰਕਸ਼ਨ ਦੀ ਵੈਲਿਊ 1 ਆਏਗੀ ਤੇ ਤਾਂ ਹੀ ਕੋਈ ਰਿਜ਼ਲਟ ਮਿਲੇਗਾ, ਅਦਰਵਾਈਜ਼ ਇਹ ਫੰਕਸ਼ਨ 0 ਵੈਲਿਊ ਦੇਗਾ। ਜਿਸ ਦਾ ਅਰਥ ਹੈ ਕਿ ਜੇਕਰ ਪ੍ਰਕਿਰਿਆ ਸਪੇਸ ਦੇ ਵਿੱਚ ਇੱਕ ਬਰਾਬਰ ਪ੍ਰੋਬੇਬਿਲਿਟੀ ਦੇ ਨਾਲ ਕਿਸੇ ਸਥਾਨ ਦੇ ਉੱਤੇ ਕਿਤੇ ਵੀ ਵਾਪਰ ਸਕਦੀ ਹੋਵੇ, ਕਿਸੇ ਸਥਾਨ ਉੱਤੇ ਵਾਪਰ ਸਕਦੀ ਹੋਵੇ ਤਾਂ ਮੋਮੈਂਟਮ ਸੁਰੱਖਿਅਤ ਰਹਿੰਦਾ ਹੈ। ਤਾਂ ਮੋਮੈਂਟਮ ਸੁਰੱਖਿਅਤ ਰਹਿਣਾ ਚਾਹੀਦਾ ਉਸਦਾ। ਇੱਥੇ K2 ਤੇ K3 ਤੇ K1 ਵਾਲਾ ਜੋ ਸਿਸਟਮ ਹੈ ਇਸ ਦੇ ਵਿੱਚ K2 ਤੇ K3 ਦੀ ਵੈਲਿਊ ਜੋ ਮੋਮੈਂਟਮ ਹੈ ਇੱਥੇ ਪਹਿਲਾਂ એનર્ਜੀ ਦੀ ਗੱਲ ਹੋਈ ਸੀ ਕਿ એનર્ਜੀ ਸੁਰੱਖਿਅਤ ਰਹਿਣੀ ਚਾਹੀਦੀ ਹੈ ਅਗਰ ਟਾਈਮ ਦਾ ਪਾਬੰਦੀ ਨਾ ਹੋਵੇ। ਇੱਥੇ ਅਗਰ ਸਪੇਸ ਦੀ ਪਾਬੰਦੀ ਹਟਾਉਣੀ ਹੋਵੇ ਤਾਂ ਅਸੀਂ ਇੱਥੇ ਮੋਮੈਂਟਮ ਸਾਨੂੰ ਸੁਰੱਖਿਅਤ ਰੱਖਣੇ ਪੈਂਦੇ ਆ। ਤੇ ਹੁਣ ਅਸੀਂ ਇੱਕ ਹੋਰ ਸੰਭਵ ਸਮਰੂਪਤਾ ਉੱਤੇ ਵਿਚਾਰ ਕਰ ਸਕਦੇ ਹਾਂ ਕਿ ਜਿਸ ਦੇ ਵਿੱਚ ਅਸੀਂ ਸਾਈ ਫੀਲਡ ਆਪਰੇਟਰਾਂ ਨੂੰ ਇੱਕ ਫੇਜ਼ e⁻i ਲੈਮਡਾ ਨੋ ਡਾਊਟ ਵੇਵਲੈਂਥ ਨੂੰ ਕਿਹਾ ਜਾਂਦਾ। ਤਾਂ
ਖੈਰ ਫਿਲਹਾਲ ਇੱਥੇ ਇੱਕ ਸਾਈ ਪਲੇਟਾਂ ਨੂੰ ਇੱਕ ਫੇਜ਼ ਫੈਕਟਰ e⁻ ਆਇਓਟਾ ਲੈਮਡਾ ਦੇ ਨਾਲ ਗੁਣਾ ਕਰ ਸਕਦੇ ਹਾਂ। ਤਾਂ ਸਾਈ ਗੋਜ਼ ਟੂ ਸਾਈ ਮਲਟੀਪਲਾਈਡ ਬਾय e⁻+ ਆਇਓਟਾ ਲੈਮਡਾ ਤੇ ਸਾਈ ਡੈਗਰ ਗੋਜ਼ ਟੂ ਸਾਈ ਡੈਗਰ ਮਲਟੀਪਲਾਈ ਬਾਈ e⁻- ਆਇਓਟਾ ਲੈਮਡਾ। ਤਾਂ ਇਹਨਾਂ ਦੇ ਨਾਲ ਸਾਨੂੰ ਗੁਣਾ ਕਰਨਾ ਪਏਗਾ। ਪਰ ਇਸ ਦੇ ਲਈ ਵੀ ਦੋਵੇਂ ਕਿਸਮ ਦੇ ਫੀਲਡ ਆਪਰੇਟਰਾਂ ਦਾ ਜੋੜਾ ਹੀ ਵਰਤਿਆ ਜਾਣਾ ਚਾਹੀਦਾ ਤਾਂ ਜੋ ਚਾਰਜ ਸੁਰੱਖਿਅਤਾ ਕੈਮਰਾ ਕਾਇਮ ਰਹਿ ਸਕੇ। ਯਾਨੀ ਕਿ ਚਾਰਜ ਰੱਖਣ ਵਾਲੀਆਂ ਜਿਹੜੀਆਂ ਫੀਲਡਾਂ ਦੇ ਲਈ ਸ਼ੁਰੂਆਤੀ ਕਣਾਂ ਦੀ ਗਿਣਤੀ ਅੰਤਿਮ ਕਣਾਂ ਦੀ ਸੰਖਿਆ ਦੇ ਬਰਾਬਰ ਹੋਣੀ ਚਾਹੀਦੀ ਹੈ। ਇਸ ਲਈ ਚਾਰਜ ਕੰਜ਼ਰਵੇਸ਼ਨ ਕਾਇਮ ਰਹਿੰਦੀ ਹੈ। ਤਾਂ ਚਾਰਜ ਸੁਰੱਖਿਅਤ ਰੱਖਣ ਦੇ ਲਈ ਸਾਨੂੰ ਕੀ ਚਾਹੀਦਾ ਹੈ ਕਿ ਅਗਰ ਚਾਰਜ ਵਾਲੇ ਕਣ ਨੇ ਤਾਂ ਉਹਨਾਂ ਦੀ ਜਿਹੜੀ ਸ਼ੁਰੂਆਤੀ ਗਿਣਤੀ ਹੈ ਉਹ ਅੰਤਿਮ ਕਣਾਂ ਦੀ ਗਿਣਤੀ ਦੇ ਸੰਖਿਆ ਦੇ ਬਰਾਬਰ ਹੀ ਰਹਿਣੀ ਚਾਹੀਦੀ ਹੈ। ਤੇ ਇਸਦਾ ਮਤਲਬ ਹੈ ਕਿ ਜਿਹੜੇ ਸਾਈ ਫੀਲਡ ਨੇ ਇਹ ਬਰਾਬਰ ਮਾਤਰਾ 'ਚ ਵਰਤਣੇ ਪੈਣਗੇ ਸਾਨੂੰ ਤਾਂ ਜੋ ਕਣ ਬਰਾਬਰ ਮਿਲਣ ਸਾਨੂੰ। ਜਿੰਨੇ ਨਸ਼ਟ ਕੀਤੇ ਜਾਣ ਓਨੇ ਹੀ ਕਣ ਪੈਦਾ ਕੀਤੇ ਜਾਣ ਤਾਂ ਹੀ ਉਸ ਦੀ ਜਿਹੜੀ ਚਾਰਜ ਦੀ ਸੁਰੱਖਿਅਤ ਹੈ ਕਾਇਮ ਰਹਿ ਸਕਦੀ ਹੈ ਕਿਉਂਕਿ ਹਰੇਕ ਕਣ ਜਿਹੜਾ ਉਹ ਇੱਕ ਚਾਰਜ ਰੱਖਦਾ ਹੋ ਸਕਦਾ ਹੈ। ਹੁਣ ਅਸੀਂ ਫਰਮੀਓਨਾਂ ਦੀ ਧਾਰਨਾ ਵੱਲ ਚੱਲਦੇ ਹਾਂ। ਇਸ ਤੋਂ ਬਾਅਦ ਆਪਾਂ ਫਰਮੀਓਨ ਪੜ੍ਹਾਂਗੇ। ਫਰਮੀਓਨ ਫੀਲਡ ਇਸ ਦੇ ਬਾਰੇ ਆਪਾਂ ਅਗਲੇ ਭਾਗ ਵਿੱਚ ਪੜ੍ਹਾਂਗੇ। ਇਸ ਦੇ ਨਾਲ ਹੀ ਭਾਗ 8 ਦੀ ਸਮਾਪਤੀ ਹੁੰਦੀ ਹੈ। ਦੇਖਣ ਲਈ ਧੰਨਵਾਦ। ਅਗਲਾ ਭਾਗ ਕੁਆਂਟਮ ਫੀਲਡ ਥਿਊਰੀ 9।